ਸੋ ਦੋਸਤੋ ਇੱਕ ਵੈਸੇ ਤੇ ਮੇਰੇ ਖਿਆਲ ਆਪਣਾ ਕੋਈ ਇਹੋ ਜਿਹਾ ਰੇਡੀਓ ਸ਼ੋਅ ਨਹੀਂ ਹੋਊਗਾ ਜਿਹਦੇ ਵਿੱਚ ਅਸੀਂ ਇਹ ਗੱਲ ਨਹੀਂ ਕੀਤੀ ਹੋਊਗੀ ਕਿਉਂਕਿ ਪ੍ਰਵਾਸੀ ਕਾਮਗਾਰ ਯੂਨੀਅਨ ਮਾਈਗ੍ਰੈਂਟ ਐਸੋਸੀਏਸ਼ਨ ਵਰਕਰ ਐਸੋਸੀਏਸ਼ਨ ਚਲਾਉਂਦੇ ਆ ਤੇ ਓਬਵੀਅਸਲੀ ਜਿਹੜੇ ਇੱਥੇ ਕਾਮਿਆਂ ਨੂੰ ਜਿਹੜੀਆਂ ਮੁਸ਼ਕਲਾਤ ਪੇਸ਼ ਆਉਂਦੀਆਂ ਨੇ ਉਹਦੇ ਵਿੱਚ ਲੜ ਰਹੇ ਆ ਉਹਨਾਂ ਦੇ ਵਾਸਤੇ ਲੜ ਰਹੇ ਆ ਸੋ ਇੱਕ ਰੀਸੈਂਟਲੀ ਨਹੀਂ ਵੈਸੇ ਇਹ ਅਸੀਂ ਥੋੜਾ ਜਿਹਾ ਅੱਜ ਫਿਰ ਮੁੜ ਕੇ ਥੋੜਾ ਰਿਪੀਟ ਕਰਨਾ ਚਾਹਾਂਗੇ ਕਿ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦਾ ਆਉਣਾ ਉਹਦੇ ਕੀ ਕਾਰਨ ਉਹ ਕਿਹੋ ਜਿਹੀ ਜਦੋਜਹਿਦ ਪ੍ਰਵਾਸੀ ਕਾਮਗਾਰ ਯੂਨੀਅਨ ਦੀ ਕਿਹੋ ਜਿਹੀਆਂ ਜਿੱਤਾਂ ਕਿਹੋ ਜਿਹੇ ਸੰਘਰਸ਼ ਤੇ ਕਿਹੜੇ ਪੜਾਅ ਤੇ ਅਸੀਂ ਆ ਕੇ ਇਸ ਟਾਈਮ ਬੈਠ ਗਏ ਹਾਂ ਸੋ ਉਹ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਸੋ ਇਹਨੂੰ ਅਸੀਂ ਦੋ ਪਰਤਾਂ ਦੇ ਵਿੱਚ ਇਹ ਗੱਲਬਾਤ ਕਰਾਂਗੇ ਪਹਿਲੀ ਪਰਤ ਜਿਹੜੀ ਰੀਸੈਂਟਲੀ ਕਿ ਜਿਹੜਾ ਇਹ ਕੋਵਿਡ ਕ੍ਰਾਈਸਿਸ ਸੀਗਾ ਉਸ ਤੋਂ ਪਹਿਲਾਂ ਕਿਹੜੇ ਸੰਘਰਸ਼ ਚੱਲਦੇ ਪਏ ਸੀ ਕੋਵਿਡ ਕ੍ਰਾਈਸਿਸ ਦੇ ਵਿੱਚ ਜਾਂ ਉਹਦੇ ਨਾਲ ਕਿਹੜੇ ਸੰਘਰਸ਼ ਚੱਲੇ ਆ ਤੇ ਹੁਣ ਐਂ ਕਹਿ ਸਕਦੇ ਕਿ ਕੋਵਿਡ ਤੋਂ ਬਾਅਦ ਤੇ ਸਰਕਾਰ ਬਦਲਣ ਤੋਂ ਬਾਅਦ ਇਹਨਾਂ ਨੂੰ ਇਕੱਠੇ ਕਰਕੇ ਕਿਹੜੇ ਆਪਣੇ ਸੰਘਰਸ਼ ਚੱਲਣਗੇ ਸੋ ਤਿੰਨਾਂ ਨੂੰ ਆਪਾਂ ਇਕੱਠੇ ਕਰਾਂਗੇ ਸੋ ਅਨੂ ਜੀ ਜੇ ਆਪਾਂ ਮੇਰੇ ਕੋਲ ਆਪਣੇ ਕੋਲ ਟਾਈਮ ਸਿਰਫ ਅੱਧਾ ਘੰਟਾ ਹੈ ਔਰ ਗੱਲਾਂ ਆਪਣੇ ਕੋਲ ਬਹੁਤ ਜ਼ਿਆਦਾ ਸੋ ਆਪਾਂ ਸੰਖੇਪ ਦੇ ਵਿੱਚ ਮਤਲਬ ਠਾਠਾ ਕਰਾਂਗੇ ਵੀ ਕਿਹੜੀ ਸੋ ਜਿਹੜਾ ਪ੍ਰੀ ਕੋਵਿਡ ਵਾ ਉਹਦੇ ਵਿੱਚ ਜਿਹੜੇ ਮਸਲੇ ਸੀਗੇ ਪ੍ਰਵਾਸੀ ਕਾਮਿਆਂ ਦੇ ਉਹ ਬੇਸਿਕਲੀ ਸੀਗੇ ਕਿ ਜਿਹੜਾ ਵੀਜ਼ਾ ਡਿਲੇ ਤੁਸੀਂ ਉਹਦੇ ਬਾਰੇ ਹਾਂਜੀ ਸੋ ਉਹਦੇ ਵਿੱਚ ਵੀਜ਼ਾ ਪ੍ਰੋਸੈਸਿੰਗ ਡਿਲੇਜ਼ ਔਰ ਫਿਰ ਪੇਰੈਂਟ ਵੀਜ਼ਾ ਕੈਟੇਗਰੀ ਦੀ ਜਿਹੜੀ ਉਹ ਇਨਕਮ ਥ੍ਰੈਸ਼ਹੋਲਡ ਬਿਲਕੁਲ ਸਾਰਿਆਂ ਦੇ ਪਹੁੰਚ ਤੋਂ ਬਾਹਰ ਕਰ ਦਿੱਤੀ ਗਈ ਉਹ ਸੀਗਾ ਔਰ ਇੱਕ ਲੌਂਗ ਸਟੈਂਡਿੰਗ ਡਿਮਾਂਡ ਕਿ ਜਿਹੜੇ ਵੀਜ਼ੇ ਨੇ ਉਹ ਓਪਨ ਕੀਤੇ ਜਾਣ ਅਟੈਚ ਨਾ ਕੀਤੇ ਜਾਣ ਐਮਪਲੋਇਰ ਨਾਲ ਅਗਰ ਸ਼ੋਸ਼ਣ ਰੋਕਣਾ ਹੈ ਔਰ ਹਾਂ ਇਹੋ ਹੀ ਮੇਨ ਸੀਗੀਆਂ ਸਾਡੀਆਂ ਇਹ ਮੇਨ ਮੰਗਾਂ ਸੋ ਉਹਦੇ ਵਿੱਚ ਬਹੁਤ ਵੱਡੀਆਂ ਰੈਲੀਆਂ ਹੋਈਆਂ ਸਰਕਾਰ ਦੀਆਂ ਹਿਲਜੁਲ ਹੋਈ ਉਹਦੇ ਵਿੱਚ ਥੋੜੀ ਸਪੀਡ ਫੜੀ ਵੀ ਇਹਨਾਂ ਨੇ ਵੀਜ਼ਾ ਪ੍ਰੋਸੈਸ ਥੋੜੀ ਸਪੀਡ ਫੜੀ ਗਈ ਪਰ ਜਿਹੜੇ ਸਾਡੇ ਨਾਲ ਸੰਘਰਸ਼ ਕਰਨ ਵਾਲੇ ਜਿਹੜੇ ਪੀੜਤ ਸੀਗੇ ਉਹਨਾਂ ਦੀ ਡਿਮਾਂਡ ਤੇ ਹੀ ਉਸ ਸੰਘਰਸ਼ ਨੂੰ ਰੋਕਿਆ ਗਿਆ ਕਿਉਂਕਿ ਸ਼ਾਇਦ ਉਹਨਾਂ ਨੂੰ ਲੱਗਦਾ ਸੀਗਾ ਵੀ ਹੁਣ ਕੁਝ ਵੱਡਾ ਜਿਹੜੀ ਅਨਾਉਂਸਮੈਂਟ ਹੋਊਗੀ ਤੇ ਉਹਦੀ ਨਾਲ ਦੀ ਨਾਲ ਔਰ ਉਹ ਜਿਹੜੀਆਂ ਬਾਅਦ 'ਚ ਅਸੀਂ ਗੱਲ ਕਰਾਂਗੇ ਕਿ ਜਿਹੜੀਆਂ ਲੱਤਾਂ ਖਿੱਚਣੇ ਵਾਲਿਆਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਵੀ ਉਹਨਾਂ ਦੀ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਪਾਇਆ ਕਿ ਰੈਲੀਆਂ ਦੇ ਨਾਲ ਨੁਕਸਾਨ ਹੁੰਦਾ ਸੋ ਉਹ ਮੋਮੈਂਟਮ ਜਿਹੜਾ ਸੀਗਾ ਇੱਕ ਥੋੜਾ ਜਿਹਾ ਉਹਦੇ ਵਿੱਚ ਗੈਪ ਆਇਆ ਪਰ ਉਹ ਗੈਪ ਦੀ ਨਾਲ ਫਿਰ ਇਹ ਜਿਹੜਾ ਫਿਰ ਕੋਵਿਡ ਦਾ ਜਿਹੜਾ ਸ਼ੁਰੂ ਹੋ ਜਾਂਦਾ ਮਹਾਮਾਰੀ ਸ਼ੁਰੂ ਹੋ ਜਾਂਦੀ ਹੈ ਸੋ ਜਿਹੜਾ ਉਹਨੂੰ ਜੀ ਕੋਵਿਡ ਦੇ ਦੌਰਾਨ ਜਦੋਂ ਇਹ ਸਾਰੀ ਆਵਾਜਾਈ ਸਾਰਾ ਕੁਝ ਬੰਦ ਸੀਗਾ ਉਹਦੇ ਵਿੱਚ ਵੀ ਜਿਹੜੀਆਂ ਐਕਟੀਵਿਟੀ ਸੀਗੀਆਂ ਉਹ ਬੰਦ ਨਹੀਂ ਹੋਈਆਂ ਸੋ ਉਹਦੇ ਵਿੱਚ ਫਿਰ ਕੋਵਿਡ ਦੇ ਦੌਰਾਨ ਉਹ ਇੱਕ ਦੋ ਮੇਨ ਵਰਗ ਬਣ ਗਏ ਕਿ ਜਿਹੜੇ ਇੱਥੇ ਨੇ ਜਿਨ੍ਹਾਂ ਦੀਆਂ ਜੌਬਸ ਗਈਆਂ ਔਰ ਕਿਉਂਕਿ ਵੀਜ਼ੇ ਅਟੈਚਡ ਸਨ ਤੋ ਇੱਕਦਮ ਉਹ ਕਿਤੇ ਹੋਰ ਆਪਣੀ ਜੌਬ ਟ੍ਰਾਂਸਫਰ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਗਏ ਉਸ ਦੌਰਾਨ ਕੁਛ ਤੇ ਆਟੋਮੈਟਿਕ ਐਕਸਟੈਂਸ਼ਨ ਮਿਲ ਗਈ ਪਰ ਕੁਛ ਇਹੋ ਜਿਹੀ ਸਿਚੁਏਸ਼ਨ ਸੀਗੀ ਕਿ ਉਹਨਾਂ ਨੂੰ ਅੱਗੇ ਕੁਛ ਵੀ ਨਹੀਂ ਇਹਨਾਂ ਨੇ ਵੀਜ਼ਾ ਪ੍ਰੋਸੈਸਿੰਗ ਵੀ ਇੱਕ ਟਾਈਮ ਪੀਰੀਅਡ ਲਈ ਬਿਲਕੁਲ ਬੰਦ ਕਰਕੇ ਰੱਖੀ ਹੋਈ ਸੀ ਸੋ ਉਸ ਤਰ੍ਹਾਂ ਲੋਕ ਪੀੜਤ ਸਨ ਔਰ ਜਿਨ੍ਹਾਂ ਕੋਲ ਜੌਬ ਨਹੀਂ ਇਨਕਮ ਦਾ ਕੋਈ ਸਾਧਨ ਨਹੀਂ ਹੈ ਔਰ ਦੂਸਰਾ ਜਿਹੜਾ ਵਰਗ ਜਿਹੜੇ ਆਫਸ਼ੋਰ ਸਟਕ ਸਨ ਅਜੇ ਵੀ ਕਾਫੀ ਸਾਰੇ ਹੈਗੇ ਨੇ ਤੋ ਉਹਨਾਂ ਦਾ ਕਿ ਵਾਪਸ ਬਾਰਡਰ ਜਦੋਂ ਬੰਦ ਕਰ ਦਿੱਤਾ ਵਾਪਸ ਨਹੀਂ ਆ ਸਕਦੇ ਸੋ ਉਹਨਾਂ ਦੇ ਕਾਫੀ ਸਾਰਿਆਂ ਦੀਆਂ ਜੌਬਸ ਗਈਆਂ ਉਸ ਦੌਰਾਨ ਔਰ ਵੀਜ਼ੇ ਐਕਸਪਾਇਰ ਹੋਏ ਤੋ ਉਹ ਡਬਲ ਐਕਸਪੈਂਸਿਸ ਕੈਰੀ ਕਰ ਰਹੇ ਨੇ ਹੁਣ ਤੱਕ ਵੀ ਇੱਥੇ ਵੀ ਜਿਹੜੇ ਉਹਨਾਂ ਦੇ ਜੋ ਕਾਰਾਂ ਕਰ ਰਹੇ ਨੇ ਉਹ ਬਿੱਲ ਪੇ ਕਰ ਰਹੇ ਨੇ ਉੱਥੇ ਵੀ ਉਹਨਾਂ ਨੂੰ ਫੇਰ ਤੋਂ ਕਿਉਂਕਿ ਅਗਰ ਤੁਸੀਂ ਮਹੀਨਾ 2 ਮਹੀਨੇ ਛੁੱਟੀਆਂ ਜਾਂਦੇ ਹੋ ਸਾਰਾ ਤੇ ਆਪਣਾ ਸਭ ਕੁਝ ਨਾਲ ਨਹੀਂ ਲੈ ਕੇ ਜਾਂਦੇ ਨਾ ਤੋ ਉਹ ਦੋ ਵਰਗ ਸਨ ਤੋ ਕੋਵਿਡ ਦੇ ਦੌਰਾਨ ਕਿਉਂਕਿ ਉਹ ਜਿਹੜੇ
ਫਿਜ਼ੀਕਲ ਗੈਦਰਿੰਗਸ ਉਹਨਾਂ ਤੇ ਰੋਕ ਸੀਗੀ ਤਾਂ ਉਹ ਅਸੀਂ ਉਸ ਤਰ੍ਹਾਂ ਸੜਕਾਂ ਤੇ ਨਹੀਂ ਸੀ ਉਤਰ ਸਕਦੇ ਸੋ ਉਹਦੇ ਦੌਰਾਨ ਜਿਹੜਾ ਅਸੀਂ ਟੈਕਨੋਲੋਜੀ ਦੇ ਰਾਹੀਂ ਜਿੰਨਾ ਵੀ ਵੱਧ ਤੋਂ ਵੱਧ ਕਨੈਕਟਡ ਰਹਿ ਸਕਦੇ ਸੀਗੇ ਰਹੇ ਸਾਡਾ ਰੇਡੀਓ ਪ੍ਰੋਗਰਾਮ ਹਰ ਹਫਤੇ ਆਲਮੋਸਟ ਬ੍ਰੌਡਕਾਸਟ ਹੁੰਦਾ ਰਿਹਾ ਅਸੀਂ ਘਰ ਇੱਕ ਟੈਂਪਰੇਰੀ ਸਟੂਡੀਓ ਸੈਟਅਪ ਕਰਕੇ ਇੱਥੇ ਸਟੇਸ਼ਨ ਨੂੰ ਉਹ ਭੇਜਦੇ ਰਹੇ ਆ ਪ੍ਰੋਗਰਾਮ ਸੋ ਸਾਡੇ ਪ੍ਰੋਗਰਾਮ ਲਗਾਤਾਰ ਤਕਰੀਬਨ ਚੱਲਦੇ ਰਹੇ ਨੇ ਉਸ ਤੋਂ ਇਲਾਵਾ ਫੇਸਬੁੱਕ ਤੇ ਲਾਈਵ ਜਿੰਨੀ ਵਾਰੀ ਵੀ ਹੋਣ ਦੀ ਜ਼ਰੂਰਤ ਪਈ ਉਹ ਹੁੰਦਾ ਰਿਹਾ ਬਾਕੀ ਜਿਹੜਾ ਮੇਨ ਸਟ੍ਰੀਮ ਮੀਡੀਆ ਇੱਥੋਂ ਦਾ ਇਵਨ ਭਾਰਤ ਦਾ ਵੀ ਟੂ ਐਨ ਐਕਸਟੈਂਟ ਉਹਦੇ ਵਿੱਚ ਸ਼ਾਇਦ ਸਾਡੀ ਤਾਂ ਡਾਇਰੈਕਟਲੀ ਐਜ਼ ਪਰਸਨਸ ਇਨੀ ਪ੍ਰੈਜ਼ੈਂਸ ਨਹੀਂ ਰਹੀ ਪਰ ਜਿਹੜੇ ਲੋਕ ਸਟਕ ਸਨ ਜਿਹੜੇ ਪੀੜਤ ਸਨ ਉਹਨਾਂ ਨੇ ਓਵਰਵੈਲਮਿੰਗਲੀ ਅੱਗੇ ਆ ਕੇ ਉਹਦੇ ਚ ਪਾਰਟਿਸਿਪੇਟ ਕੀਤਾ ਸੋ ਬਹੁਤ ਸਾਰੇ ਪੀੜਤ ਮਾਈਗ੍ਰੈਂਟਸ ਦੀਆਂ ਸਟੋਰੀਜ਼ ਜਿਹੜੀਆਂ ਉਹ ਪਬਲਿਸ਼ ਹੋਈਆਂ ਬਿਲਕੁਲ ਔਰ ਉਹਦੇ ਵਿੱਚ ਅਨੂ ਜੀ ਤੁਸੀਂ ਬਹੁਤ ਕੰਮ ਕੀਤਾ ਹੈ ਈਵਨ ਜਿਹੜੇ ਸਾਊਥ ਅਮਰੀਕਨ ਗਰੁੱਪ ਹਾਂਜੀ ਹਾਂ ਉਹਨਾਂ ਨੂੰ ਕੋਆਰਡੀਨੇਟ ਕਰਨ ਵਾਸਤੇ ਹਾਂਜੀ ਉਹਨਾਂ ਦਾ ਰਾਬਤਾ ਕਰਾਉਣ ਵਾਸਤੇ ਉਹ ਕਾਫੀ ਹੁਣ ਵੀ ਮੇਰੇ ਕੋਲ 300-400 ਦੇ ਕਰੀਬ ਕੇਸ ਸਟੱਡੀਜ਼ ਪਈਆਂ ਨੇ ਸੋ ਉਹਦੇ ਵਿੱਚੋਂ ਅਸੀਂ ਉਹ ਕੇਸ ਸਟੱਡੀਜ਼ ਕਿੱਦਾਂ ਆਈਆਂ ਇੱਥੇ ਲਾਅ ਸੁਸਾਇਟੀ ਹੈ ਜਿਹੜੀ ਆਕਲੈਂਡ ਦੀ ਉਹਦੇ ਵਿੱਚ ਕੁਝ ਸੀਨੀਅਰ ਲਾਇਰਸ ਨੇ ਲੀਡ ਲੈ ਕੇ ਤਾਂ ਉਹ ਇੱਕ ਗਰੁੱਪ ਬਣਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਉਹਨਾਂ ਨੂੰ ਵਾਪਸ ਬੁਲਾਉਣ ਦੀ ਕਾਫੀ ਕੋਸ਼ਿਸ਼ਾਂ ਹੋਈਆਂ ਸੋ ਉਸ ਦੌਰਾਨ ਅਸੀਂ ਇਨਵਾਈਟ ਕੀਤਾ ਕਿ ਜਿਹੜੇ ਵੀ ਆਪਣੀ ਗੱਲਬਾਤ ਸ਼ੇਅਰ ਕਰ ਸਕਦੇ ਨੇ ਕਰੋ ਸੋ ਉਸ ਦੌਰਾਨ 300-400 ਦੇ ਕਰੀਬ ਮੇਰੇ ਕੋਲ ਕੇਸ ਸਟੱਡੀਜ਼ ਆਈਆਂ ਔਰ ਮੈਂ ਕੱਲੀ ਨੂੰ ਉਹ ਪੜ੍ਹਿਆ ਔਰ ਉਹਦੇ ਵਿੱਚੋਂ ਫਿਰ ਜਿਹੜੀਆਂ ਦੇਖੋ ਸਾਰਿਆਂ ਦਾ ਦੁੱਖ ਬਰਾਬਰ ਆ ਪਰ ਉਹ ਅਸੀਂ ਪਾਰਲੀਮੈਂਟ ਨੂੰ ਅੱਗੇ ਪੇਸ਼ ਕਰਨਾ ਸੀ ਲਾਅ ਸੁਸਾਇਟੀ ਨੇ ਸੋ ਉਹਦੇ ਵਾਸਤੇ ਸਾਨੂੰ ਦ ਵਰਸਟ 10-15 ਵਿੱਚੋਂ ਕੱਢਣੀਆਂ ਸੀਗੀਆਂ ਸੋ ਉਹ ਸਾਰੀਆਂ ਪੜ੍ਹ ਕੇ ਹੀ ਮੈਨੂੰ ਪਤਾ ਲੱਗਣਾ ਸੀਗਾ ਕਿ ਕਿਹੜੇ ਵਰਸਟ ਨੇ ਸੋ ਉਹ ਇਨ ਇਟ ਸੈਲਫ ਕਾਫੀ ਕੰਮ ਸੀਗਾ ਪਰ ਐਨੀਵੇ ਸੋ ਉਹ ਉਸ ਚੈਨਲ ਤੋਂ ਵੀ ਕੋਸ਼ਿਸ਼ਾਂ ਹੋਈਆਂ ਫਿਰ ਉਸ ਤੋਂ ਬਾਅਦ ਖੁੱਲਿਆ ਫਿਰ ਰੈਲੀਆਂ ਦੇ ਦੌਰ ਸ਼ੁਰੂ ਹੋਏ ਉਸ ਤੋਂ ਪਹਿਲਾਂ ਅਗਰ ਅਸੀਂ ਰਹੀਏ ਸਰਕਾਰ ਨੇ ਸਰਕਾਰੀ ਮਹਿਕਮਿਆਂ ਨੇ ਕਾਫੀ ਸਾਰੇ ਤਾਂ ਨਹੀਂ ਐਜੂਕੇਸ਼ਨ ਨਿਊਜ਼ੀਲੈਂਡ ਉਸ ਤੋਂ ਬਾਅਦ ਜਿਹੜਾ MSD ਹੈ ਉਹਨਾਂ ਨੇ ਵੀ ਫੰਡਸ ਜਿਹੜੇ ਉਹ ਪ੍ਰੋਵਾਈਡ ਕਰਨੇ ਸ਼ੁਰੂ ਕੀਤੇ ਸੰਸਥਾਵਾਂ ਨੂੰ ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀਗਾ ਡਾਇਰੈਕਟਲੀ ਜਿਹੜੇ ਪੀੜਤ ਨੇ ਉਹਨਾਂ ਨੂੰ ਦਿੰਦੇ ਪਰ ਉਹ ਬਿਊਰੋਕ੍ਰੇਸੀ ਇਦਾਂ ਹੀ ਕੰਮ ਕਰਦੀ ਹੈ ਸੋ ਉਹਦੇ ਤਹਿਤ ਵੀ ਅਸੀਂ ਕਿੰਨਾ ਸੀ 5000 ਅਸੀਂ ਜਿਹੜੇ ਮਾਈਗ੍ਰੈਂਟ ਵਰਕਰ ਪੀੜਤ ਸਨ ਜੌਬ ਨਹੀਂ ਰਹੀ ਜਿਨ੍ਹਾਂ ਦਾ ਕੋਈ ਇਨਕਮ ਦਾ ਸਾਧਨ ਨਹੀਂ ਹੈ ਉਹ ਡਿਸਟਰੀਬਿਊਟ ਕੀਤਾ ਗਿਆ 20-25 ਲੋਕਾਂ ਨੂੰ ਉਸ ਤੋਂ ਇਲਾਵਾ $20,000 ਸੀ ਜਿਹੜਾ ਐਜੂਕੇਸ਼ਨ ਨਿਊਜ਼ੀਲੈਂਡ ਕੋਲੋਂ ਸਾਨੂੰ ਗ੍ਰਾਂਟ ਮਿਲੀ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਉਹ 40 ਸਟੂਡੈਂਟਸ ਦੀ ਮਦਦ ਕੀਤੀ ਗਈ ਤਾਂ ਉਹ ਜਿਹੜੇ ਫੰਡ ਸਨ ਉਹ 100% ਜਿਹੜੇ ਆ ਉਹ ਪਾਸ ਔਨ ਕੀਤੇ ਗਏ ਆ ਈਵਨ ਇੱਥੋਂ ਤੱਕ ਕਿ ਉਹ ਸਾਡੀ ਕੋਈ ਆਪਰੇਸ਼ਨਲ ਕਾਸਟਸ ਦਾ ਵੀ ਉਹਦੇ ਵਿੱਚ ਕੋਈ ਨਹੀਂ ਸੀ ਸੋ ਉਹ ਐਜ਼ ਵੋਲੰਟੀਅਰਸ ਕੰਮ ਕੀਤਾ ਗਿਆ ਸੋ ਇੱਕ ਤਾਂ ਉਹ ਆ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਥੋੜੇ ਲਾਕਡਾਊਨ ਦੇ ਲੈਵਲ ਜਿਹੜੇ ਆ ਉਹ ਘਟਦੇ ਗਏ ਉਹਦੇ ਵਿੱਚ ਥੋੜੀ ਜਿਹੀ ਫਲੈਕਸੀਬਿਲਿਟੀ ਜਦੋਂ ਆਉਂਦੀ ਗਈ ਫਿਰ ਪ੍ਰੋਟੈਸਟਸ ਵੀ ਦੁਬਾਰਾ ਹੋਏ ਨੇ ਰੈਲੀਜ਼ ਵੱਡੀਆਂ ਰੈਲੀਆਂ ਹੋਈਆਂ ਔਰ ਉਹਦੇ ਨਾਲ ਦੀ ਨਾਲ ਔਰ ਲੇਬਰ ਪਾਰਟੀ ਦੀ ਜਿਹੜੀ ਨੈਸ਼ਨਲ ਇਲੈਕਸ਼ਨ ਦੀ ਲਾਂਚ ਸੀਗੀ ਉਹਦੇ ਬਾਅਦ ਕਾਫੀ ਵੱਡੀ ਉਹਨੂੰ ਉੱਥੇ ਆਉਣਾ ਮੈਂ ਕਿਉਂਕਿ ਜਿਹੜੀ ਸਭ ਤੋਂ ਵੱਡੀ ਟਾਊਨ ਹਾਲ ਦੇ ਵਿੱਚ ਹੋਈ ਰੈਲੀ ਉਹੀ ਉਹ ਲਾਂਚ ਸੀਗਾ ਲੇਬਰ ਪਾਰਟੀ ਦੀ ਇਲੈਕਸ਼ਨ ਉਸ ਤੋਂ ਪਹਿਲਾਂ ਦੀ ਮੈਂ ਗੱਲ ਕਰਦਾ ਮੈਂ ਅੱਛਾ ਉਹ ਲਾਕਡਾਊਨ ਤੋਂ ਪਹਿਲਾਂ ਸੀਗੀਆਂ ਉਹ ਗੱਲਾਂ ਕਿਉਂਕਿ ਉਦੋਂ ਕੋਈ ਸਾਡੇ ਤੇ ਰੈਸਟ੍ਰਿਕਸ਼ਨ ਨਹੀਂ ਸੀ ਹਾਂਜੀ ਨਹੀਂ ਜੀ ਉਸ ਤੋਂ ਬਾਅਦ ਜਿਹੜੀਆਂ ਟਾਊਨ ਦੇ ਵਿੱਚ ਹੋਰ ਰੈਲੀਆਂ ਹੋਈਆਂ ਉਸ ਤੋਂ ਬਾਅਦ ਮੋਮੈਂਟਮ ਜਿਹੜਾ ਚੱਲ ਰਿਹਾ ਸੀਗਾ ਔਰ ਫਿਰ ਉਹਦੇ ਵਿੱਚ ਜਿਹੜੀ ਉਹੀ ਜਿਹੜੀਆਂ ਪੁਰਾਣੀਆਂ ਤਾਕਤਾਂ ਨੇ ਉਹ ਅਸੀਂ ਗੱਲ ਕਰਾਂਗੇ ਬਾਅਦ ਦੇ ਵਿੱਚ ਉਹ ਕਿਹੜੀਆਂ ਤਾਕਤਾਂ ਨੇ ਉਹਨਾਂ ਨੇ ਫਿਰ ਮੁੜ ਕੇ ਲੱਤਾਂ ਖਿੱਚਣੀਆਂ ਸ਼ੁਰੂ ਕੀਤੀਆਂ ਔਰ ਫਿਰ ਮੁੜ ਕੇ ਪ੍ਰਵਾਸੀ ਕਾਮਿਆਂ ਦੇ ਵਿੱਚ ਇਹੀ ਅਫਵਾਹ ਕਿ ਇਹ ਜਿਹੜਾ ਸੰਘਰਸ਼ ਲੀਡ ਕਰ ਰਹੇ ਆ ਇਹਦੇ ਨਾਲ ਨੁਕਸਾਨ ਹੋਊਗਾ ਫਾਇਦਾ ਨਹੀਂ ਹੋਊਗਾ ਰੂਲ ਸਖਤ ਹੋਣਗੇ ਜੋ ਵੀ ਬਕਵਾਸ ਇਹ ਜਿਹੀ ਹੁੰਦੀ ਹੈ ਔਰ ਜਿਹੜੀ ਆਪਾਂ ਲਾਸਟ ਨੂੰ ਜੀ ਜਿਹੜਾ ਕੀਤੀ ਸੀਗੀ ਉਹ ਸੀਗੀ ਮਾਈਕਲ ਵੁੱਡ ਜਿਹੜੇ MP ਨੇ ਇੱਥੇ ਦੇ ਲੋਕ ਉਹਨਾਂ ਨੂੰ ਜਿਹੜੇ ਉਹਨਾਂ ਦੀ ਲੇਬਰ ਦੇ MP ਨੇ ਉਹ ਕਿਉਂਕਿ ਉਹ ਵੀ ਇਤਿਹਾਸ ਉਹਨਾਂ ਦਾ ਵੀ ਯੂਨੀਅਨ ਤੋਂ ਗਏ ਹੋਏ ਨੇ ਉਹ ਸੋ ਮੈਂ ਉੱਥੇ ਦਾ ਤੁਹਾਨੂੰ ਹਾਲ ਦੱਸਣਾ ਚਾਹੁੰਦਾ ਕਿ ਉਦੋਂ ਤੱਕ ਜਿਹੜੀ ਵਿਰੋਧੀ ਤਾਕਤਾਂ ਨੇ ਉਹਨਾਂ ਦਾ ਅਸਰ ਪੈ ਚੁੱਕਿਆ ਸੀ ਉਹਦੇ ਵਿੱਚ ਮੈਂ ਉਸ ਤੋਂ ਇਲਾਵਾ ਸਾਡੀ ਜਿਹੜੇ ਨਾਨ ਇੰਡੀਅਨ ਯੂਨੀਅਨ ਦੇ ਸਾਥੀ ਉਹ ਸੀ ਤੇ ਉਹ 3 ਜਿਹੜੇ ਨੌਜਵਾਨ ਸੀਗੇ ਜਿਹੜੇ ਉਹ ਹਿੰਦੁਸਤਾਨੀ ਉਹ ਆਏ ਨੇ ਤੇ ਉਹ ਮਤਲਬ ਬਿਲਕੁਲ ਉਹ ਨਿਗਾਰ ਤੱਕ ਪਹੁੰਚ ਚੁੱਕਿਆ ਸੀਗਾ ਸੋ ਅਸੀਂ ਇਸ ਤੋਂ ਇਲਾਵਾ
ਨਹੀਂ ਸੀ ਹੋਰ ਕਰ ਸਕਦੇ, ਕਿਉਂਕਿ ਜਦੋਂ ਤੱਕ ਦੁਬਾਰਾ ਲੋਕਡਾਊਨ ਹੋਇਆ ਫਿਰ ਜਿਹੜੇ ਪੀੜਤ ਨੇ, ਹਾਂਜੀ, ਪਰ ਉਹਦੇ ਵਿੱਚ ਵੀ ਸਮਾਂ ਬਹੁਤ ਸੀਗਾ, ਹੋਰ ਕੀਤਾ ਜਾ ਸਕਦਾ ਸੀਗਾ। ਹਾਂ, ਪੀੜਤ ਜਿਹੜੇ ਨੇ ਅਗਰ ਉਹ ਖੁਦ ਅੱਗੇ ਨਹੀਂ ਆਉਂਦੇ ਤਾਂ ਇਸ ਤਰ੍ਹਾਂ 4-5 ਜਣੇ ਅਸੀਂ ਤਾਂ ਇਕੱਠੇ, ਸਾਨੂੰ ਰੋਜ਼ ਕਹੋਗੇ ਅਸੀਂ ਕਿਤੇ ਨਾ ਕਿਤੇ ਰੋਜ਼ ਇਕੱਠੇ ਹੋ ਜਾਵਾਂਗੇ, ਪਰ ਉਹਦਾ ਕੋਈ ਮਤਲਬ ਨਹੀਂ ਬਣਦਾ। ਸੋ ਉਸ ਤੋਂ ਬਾਅਦ ਅਸੀਂ ਇਹ ਲੈਸਨ ਲਿਆ ਕਿ ਸ਼ਾਇਦ ਇਹ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਹਾਵੀ ਨੇ, ਫਿਰ ਅਸੀਂ ਉਹਨਾਂ ਨੂੰ ਬੁਲਾਉਣ ਦੀ ਬਜਾਏ, ਸੱਦਾ ਦੇਣ ਦੀ ਬਜਾਏ, ਅਸੀਂ ਆਪਣੇ ਤੌਰ ਦੇ ਉੱਪਰ ਹੋਰ ਯੂਨੀਅਨ ਦੇ ਸਾਥੀਆਂ ਦੇ ਨਾਲ, ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ ਕਿ ਜਿਹੜੀ ਲੇਬਰ ਦੀ ਇੱਥੇ ਕਨਵੈਨਸ਼ਨ ਹੋਈ ਹੈ ਟਾਊਨ ਹਾਲ ਦੇ ਵਿੱਚ, ਲਾਂਚ ਹੋਇਆ ਰਾਦਰ ਇਲੈਕਸ਼ਨ ਦਾ ਪਾਲਿਸੀ, ਉੱਥੇ ਅਸੀਂ ਘੱਟੋ ਘੱਟ 2,500 ਦੇ ਕਰੀਬ ਜਿਹੜੇ ਫਲਾਇਰ ਉਹ ਵੰਡੇ ਗਏ ਆ, ਇਸੇ ਹੀ ਔਨਸ਼ੋਰ ਆਫਸ਼ੋਰ ਉਹਨਾਂ ਲੋਕਾਂ ਨੂੰ ਵੰਡੇ ਗਏ ਜਿਹੜੇ ਉੱਥੇ ਅੰਦਰ ਜਾ ਰਹੇ ਸੀ, ਜਿਹੜੇ ਉਹ ਕਾਨਫਰੰਸ ਲਾਂਚ ਚ ਅੰਦਰ ਜਾ ਰਹੇ ਸੀਗੇ। ਸੋ ਉਹ ਇਹ ਆਪਣੇ ਤੌਰ ਤੇ ਪਟੀਸ਼ਨ ਵੀ ਸਾਈਨ ਕਰਵਾਇਆ ਗਿਆ ਉਹਨਾਂ ਕੋਲੋਂ, ਬਿਲਕੁਲ। ਔਰ ਉਸ ਤੋਂ ਬਾਅਦ ਫਿਰ ਜਿਹੜਾ ਫੇਸਬੁੱਕ ਤੇ ਲਾਈਵ ਹੋ ਕੇ ਫਿਰ ਮੁੜ ਕੇ ਸੱਦਾ ਦਿੱਤਾ ਗਿਆ ਕਿ ਅਸੀਂ ਵੋਟਾਂ ਤੋਂ ਪਹਿਲਾਂ ਇਹੀ ਇੱਕ ਸੁਨਹਿਰੀ ਮੌਕਾ ਆ ਕਿ ਅਸੀਂ ਸਰਕਾਰ ਦੇ ਉੱਪਰ ਵੱਧ ਤੋਂ ਵੱਧ ਪ੍ਰੈਸ਼ਰ ਪਾ ਕੇ ਇਹਨਾਂ ਦੇ ਖਿਲਾਫ ਕੋਈ ਰੈਲੀ ਜਾਂ ਕੋਈ, ਕਿਉਂਕਿ ਜਿਹੜਾ ਮਾਈਕਲ ਵੁੱਡ ਨੇ ਵੀ ਸਾਡਾ ਉਦੋਂ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਡੇ ਨਾਲ ਕ੍ਰਿਸਟੋਫਰ ਫਾਏ, ਉਦੋਂ ਤੱਕ ਦੂਸਰੇ ਮਿਨਿਸਟਰ ਜਾ ਚੁੱਕੇ ਸੀਗੇ, ਉਹਨਾਂ ਨੇ ਕੋਈ ਪੱਲਾ ਨਹੀਂ ਫੜਾਇਆ। ਪਰ ਉਹਦੇ ਵਿੱਚ ਜੀ ਇੱਕ ਪੋਜ਼ਿਟਿਵ ਉਹਦੇ ਵਿੱਚ ਹੈ, ਕਿਉਂਕਿ ਉਸ ਪ੍ਰੋਟੈਸਟ 'ਚ ਵੇਨ ਸਾਡੇ ਨਾਲ ਹਮੇਸ਼ਾ ਆਉਂਦੇ ਨੇ, ਉਹ ਕਾਫੀ ਉਮਰ ਦੇ ਨੇ, ਇੱਥੋਂ ਦੇ ਰਹਿਣ ਵਾਲੇ ਨੇ, ਪਾਕਿਹਾ, ਪਰ ਸ਼ੁਰੂ ਤੋਂ ਇੱਥੇ ਹੀ ਰਹੇ ਨੇ। ਸੋ ਉਹਨਾਂ ਦੇ ਵਾਈਫ ਫਿਲੀਪੀਨਸ ਤੋਂ ਨੇ ਮੇਰਾ ਖਿਆਲ, ਤਾਂ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ। ਸੋ ਉਹ 3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਉਹਨਾਂ ਨੂੰ, ਸਾਡੇ ਆਲਮੋਸਟ ਹਰ ਵੀਜ਼ਾ ਡਿਲੇ ਵਾਲੇ ਆਉਂਦੇ ਆ ਪ੍ਰੋਟੈਸਟ 'ਚ। ਸੋ ਉਹਨਾਂ ਦਾ ਮੈਸੇਜ ਸੀ, ਕਹਿੰਦੇ, ਹੈਲੋ ਅਨੂ, ਐਨ ਅਪਡੇਟ ਔਨ ਆਰ ਮੈਟਰ, ਦ ਐਸੋਸੀਏਟ ਮਿਨਿਸਟਰ ਹੈਜ਼ ਐਕਸੈਪਟਡ ਫॉर ਰੀਕਨਸੀਡਰੇਸ਼ਨ ਲਾਸਟ ਵੀਕ। ਸੋ ਇਹ ਪਹਿਲਾਂ ਇਹਨਾਂ ਦੀ ਡਿਕਲਾਈਨ ਹੋ ਚੁੱਕੀ ਹੈ, ਤਾਂ ਇਹਨਾਂ ਨੇ ਮੰਤਰੀ ਨਾਲ ਰੀਕਨਸੀਡਰੇਸ਼ਨ ਦੀ ਐਪਲੀਕੇਸ਼ਨ ਲਗਾਈ ਸੀ, ਜਿਹੜੀ ਉਹ ਵੀ ਡਿਕਲਾਈਨ ਹੋ ਗਈ। ਅ ਲੈਟਰ ਫਰਮ ਮਾਈਕਲ ਵੁੱਡ ਐਜ਼ ਵੈਲ ਐਜ਼ ਆਵਰ ਲਾਇਰ ਐਂਡ ਅ ਰੀਸੈਂਟ ਹਾਈ ਕੋਰਟ ਡਿਸੀਜਨ overturned the minister's decision of decline in a case identical to ours. The case is directly applicable to ours. Thank you for your help and support. So ਇਹਨਾਂ ਦਾ ਹੀ ਮੈਨੂੰ ਜਿਹੜਾ ਮੈਸੇਜ ਆਇਆ ਉਹ ਸੀਗਾ, ਕਿਉਂਕਿ ਜਦੋਂ ਮਾਈਕਲ ਵੁੱਡ ਨਾਲ ਜਦੋਂ ਉੱਥੇ ਰੈਲੀ ਹੋਈ ਹੈ, ਇਹ ਸਾਈਡ ਤੇ ਖੜੇ ਸੀਗੇ, ਤੇ ਅਸੀਂ ਜਦੋਂ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ, ਮੈਂ ਕਿਹਾ ਵੀ ਤੁਸੀਂ ਇਹਨਾਂ ਨੂੰ, ਮੈਂ ਬਾਜ ਮਾਰ ਕੇ ਸਿੱਧਾ ਵੀ ਤੁਸੀਂ ਇਹਨਾਂ ਨਾਲ, ਔਰ ਲੰਬੀ ਚੌੜੀ ਉਹਦੀ ਵੀਡੀਓ ਵੀ ਪਈ ਹੋਈ ਆ ਮਾਈਕਲ ਵੁੱਡ ਦੀ, ਸਿੱਧੀ ਇਹਨਾਂ ਨਾਲ ਗੱਲਬਾਤ ਕਰਾਈ, ਤੇ ਉਹ ਸਾਨੂੰ ਕ੍ਰੈਡਿਟ ਦੇ ਰਹੇ ਨੇ ਕਿ ਹਾਂ ਤੁਹਾਡੇ ਕਰਕੇ ਉਹਨਾਂ ਦੀ ਜਿਹੜੀ ਉਹ ਗੱਲ ਬਣੀ। ਪਰ ਉਹ ਅਫਸੋਸ ਵੀ ਜਾਰੀ ਕਰ ਰਹੇ ਨੇ ਕਿ ਜਿਹੜੇ ਬਾਕੀ ਦੇ ਜਿਹੜੇ ਹਲਕੀਆਂ ਆਫਸ਼ੋਰ ਨੇ, ਉਹਨਾਂ ਦੇ ਮਸਲੇ ਜਿਹੜੇ ਨਹੀਂ ਸੌਰਟ ਆਊਟ ਹੋਏ, ਤੇ ਮੈਂ ਤੁਹਾਡਾ ਮੁੜ ਕੇ ਆ ਕੇ ਸਾਥ ਦਊਂਗਾ। ਸੋ ਦੋਸਤੋ, ਇਹ ਜਦੋਂ ਇਹ ਵਰਤਾਰਾ ਸਾਰਾ ਚੱਲਦਾ ਹੈ, ਫਿਰ ਮੁੜ ਕੇ ਫੇਸਬੁੱਕ ਤੇ ਜਾ ਕੇ ਕਹਿੰਦੇ ਵੋਟਾਂ ਤੋਂ ਪਹਿਲਾਂ ਕਿ ਆਓ, ਫਿਰ ਮੁੜ ਕੇ ਉਹਦੇ ਵਿੱਚ ਕਿਸੇ ਦਾ ਕੋਈ ਪੋਜ਼ਿਟਿਵ ਜਿਹੜਾ ਰਿਸਪੌਂਸ ਨਹੀਂ ਆਉਂਦਾ ਹੈਗਾ। ਸੋ ਇਸ ਤਰ੍ਹਾਂ ਲੱਗਦਾ ਵੀ ਹੁਣ ਵੋਟਾਂ ਪੈ ਜਾਣ, ਫੇਰ ਹੀ ਦੇਖਦੇ ਹਾਂ। ਔਰ ਵੋਟਾਂ ਪੈਣ ਤੋਂ ਬਾਅਦ ਮਤਲਬ ਜਦੋਂ ਉਹਨੂੰ ਜੀ ਵੋਟਾਂ ਪਈਆਂ ਨੇ, ਹੁਣ ਕਲੀਅਰਲੀ ਇਹ ਹੋ ਗਿਆ ਕਿ ਜਿਹੜੀ ਲੇਬਰ ਸਰਕਾਰ ਬਹਾਨਾ ਲਾ ਰਹੀ ਸੀ ਕਿ ਬਸ ਨਿਊਜ਼ੀਲੈਂਡ ਫਸਟ ਦੇ ਕਰਕੇ ਅਸੀਂ ਤੁਹਾਡੇ ਜਿਹੜੇ ਫੈਸਲੇ ਹੁਣ ਤੱਕ ਜਿੰਨੇ ਵੀ ਅਸੀਂ, ਸੋ ਉਹ ਕੋਵਿਡ ਦੇ ਦੌਰਾਨ ਇਸ਼ੂਜ਼ ਜਿਹੜੇ ਕਿ ਇਸ ਤਰ੍ਹਾਂ ਬੇਰੁਜ਼ਗਾਰ ਹੋਏ ਬਹੁਤ ਸਾਰੇ ਟੈਂਪਰੇਰੀ ਮਾਈਗ੍ਰੈਂਟਸ, ਉਹਨਾਂ ਦਾ ਕੋਈ ਇਨਕਮ ਦਾ ਸੋਰਸ ਨਹੀਂ ਹੈ ਅਦਰ ਦੈਨ ਕਿ ਰੈੱਡ ਕ੍ਰਾਸ ਕੋਲੋਂ ਜਾ ਕੇ ਫ੍ਰੀ ਫੂਡ ਬੈਗ ਲੈ ਲਓ, ਜਾਂ ਹੋਰ ਕਿਤੋਂ ਫ੍ਰੀ ਫੂਡ ਬੈਗ ਲੈ ਲਓ। ਮਾੜਾ ਮੋਟਾ ਰੈਂਟ ਵੀ ਰੈੱਡ ਕ੍ਰਾਸ ਵਾਲੇ ਪੇ ਕਰ ਦਿੰਦੇ ਨੇ, ਪਰ ਕਾਫੀ ਉਹ ਪਹਿਲਾਂ ਇੰਟਰੋਗੇਟ ਕਰਦੇ ਆ ਤੁਹਾਨੂੰ ਡਿਪਾਰਟਮੈਂਟ ਆਫ ਇੰਟਰਨਲ ਅਫੇਅਰਸ, ਜਿੱਥੋਂ ਉਹ ਗ੍ਰਾਂਟ ਆਉਂਦੀ ਹੈ। ਸੋ ਅਸੀਂ ਨਹੀਂ, ਸਿਰਫ ਹੋਰ ਵੀ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਨੇ ਔਰ ਗ੍ਰੀਨ ਪਾਰਟੀ ਨੇ ਇਹ ਮੰਗ ਰੱਖੀ ਸੀਗੀ ਕਿ ਉਹਨਾਂ ਨੂੰ ਬੈਨੀਫਿਟ, ਅਨਐਮਪਲੋਇਮੈਂਟ ਬੈਨੀਫਿਟ ਦਿੱਤਾ ਜਾਵੇ, ਜਿਸ ਤਰ੍ਹਾਂ ਬਾਕੀਆਂ ਨੂੰ ਦਿੱਤਾ ਜਾਂਦਾ। ਈਵਨ ਕਿ ਰੈੱਡ ਕ੍ਰਾਸ ਵਾਲੇ ਵੀ ਜਿਹੜੇ ਉਹ ਡਿਲੀਵਰ ਕਰ ਰਹੇ ਨੇ ਪੈਕੇਜ, ਉਹਨਾਂ ਦਾ ਵੀ ਇਹ ਹੋਈ ਆ ਕਿ ਇਹ ਬਹੁਤ ਇੱਕ ਔਖਾ ਜਿਹਾ ਤਰੀਕਾ ਉਹਨਾਂ ਨੂੰ ਦੇ ਦਿੱਤਾ ਗਿਆ। ਉਹਨਾਂ ਨੂੰ ਆਪਣੇ ਬਾਕੀ ਸਾਰੇ ਆਪਰੇਸ਼ਨ ਬੰਦ ਕਰਨੇ ਪਏ ਆ ਇਸ ਵਕਤ, ਔਰ ਉਹ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾਈ ਗਈ ਹੈ ਰਾਸ਼ੀ, ਉਹ ਬਹੁਤ ਘੱਟ ਯੂਜ਼ ਹੋ ਰਹੀ ਹੈ। ਸੋ ਉਹ ਵੀ ਮੰਗ ਰਹੀ ਹੈ ਕਿ ਉਹਨਾਂ ਨੂੰ ਅਨਐਮਪਲੋਇਮੈਂਟ ਬੈਨੀਫਿਟ ਦਿੱਤਾ ਜਾਵੇ। ਬਿਲਕੁਲ, ਇਹ ਆਪਣੀ ਜਿਹੜੀ ਡਿਮਾਂਡ ਸੀਗੀ ਇੱਕ ਇਹਦੇ ਵਿੱਚ ਕਿ ਜਿਹੜੇ ਓਵਰਸੀਜ਼ ਜਿਹੜੇ ਫਸੇ ਹੋਏ ਨੇ, ਉਹਨਾਂ ਦਾ ਜਿਹਨਾਂ ਦਾ ਵੀਜ਼ਾ ਖਤਮ ਹੋ ਗਿਆ, ਉਹਨਾਂ ਨੂੰ ਹੋਰ ਐਕਸਟੈਂਸ਼ਨ ਦਿੱਤੀ ਜਾਵੇ। ਅਗਰ 1 ਸਾਲ ਬਾਅਦ ਬੰਦ, 1 ਸਾਲ ਦੀ ਐਕਸਟੈਂਸ਼ਨ, ਉਹਨਾਂ ਨੂੰ ਆਸ਼ਵਾਸਨ ਦਿੱਤਾ ਜਾਵੇ ਕਿ ਜਦੋਂ ਵੀ ਲਾਕਡਾਊਨ ਖੁੱਲੂਗਾ ਉਹ ਵਾਪਸ ਆਉਣਗੇ। ਸੋ ਇਹ ਮੰਗਾਂ ਥਰੂ ਆਊਟ ਰਹੀਆਂ ਨੇ, ਔਰ ਜਗ੍ਹਾ ਜਗ੍ਹਾ ਉਹ ਰਹੀਆਂ ਨੇ, ਪਟੀਸ਼ਨ ਵੀ ਰਿਹਾ ਆ, ਔਰ ਬਹੁਤ ਸਾਰੇ ਹੋਰ ਲੋਕਾਂ ਨੇ ਵੀ ਇਸੇ ਤਰ੍ਹਾਂ ਦੇ ਪਟੀਸ਼ਨ ਕੀਤੇ, ਫਿਰ ਬਹੁਤ ਪਟੀਸ਼ਨ ਉਦੋਂ ਆਏ। ਅਨੂ ਜੀ, ਇਹ ਇੱਕ ਸੈਗਮੈਂਟ ਅਸੀਂ ਹੁਣ ਤੱਕ ਦਾ, ਔਰ
ਹਾਂ, ਮੈਂ ਗੱਲ ਜਿਹੜੀ ਐਕਚੁਅਲੀ ਕਰਨ ਜਾ ਰਹੀ ਸੀਗੀ ਕਿ ਉਦੋਂ ਜਦੋਂ ਵੀ ਅਸੀਂ ਇਹ ਮੰਗ ਰੱਖਦੇ ਸੀਗੇ, ਆਲਮੋਸਟ ਹਰ ਇੱਕ ਮੰਗ ਨੂੰ ਪੂਰੇ ਨਾ ਕਰਨ ਦਾ ਬਹਾਨਾ ਲੇਬਰ ਪਾਰਟੀ ਵਾਲੇ ਇਹ ਦਿੰਦੇ ਸੀਗੇ ਕਿ ਨਿਊਜ਼ੀਲੈਂਡ ਫਸਟ ਨਹੀਂ ਸਹਿਮਤ ਹੁੰਦੀ ਸਾਡੇ ਨਾਲ, ਇਸ ਕਰਕੇ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੇ। ਸੋ ਨਿਊਜ਼ੀਲੈਂਡ ਫਸਟ ਨੂੰ ਆਲਵੇਜ਼ ਵਰਤਿਆ ਗਿਆ ਹਰ ਚੀਜ਼ 'ਚ। ਸੋ ਹੁਣ ਲੇਬਰ ਦੀ ਮੈਜੋਰਿਟੀ ਸਰਕਾਰ ਹੈ, ਬਣਨ ਜਾ ਰਹੀ ਹੈ, ਹਾਲੇ ਕੈਬਨਿਟ ਅਨਾਉਂਸ ਨਹੀਂ ਕੀਤਾ ਇਹਨਾਂ ਨੇ, ਕਰ ਦੇਣਗੇ ਜਲਦੀ। ਸੋ ਅਗਲੇ ਮਤਲਬ ਪਿਛਲੇ 3 ਸਾਲ ਤੇ ਅਸੀਂ ਦੇਖ ਲਿਆ ਕਿ ਮਾਈਗ੍ਰੈਂਟਸ ਦੀ ਕੀ ਇਹਨਾਂ ਨੇ ਦੁਰਗਤ ਬਣਾਈ ਹੈ, ਦੁਰਦਸ਼ਾ ਕੀਤੀ ਹੈ, ਔਰ ਬਹਾਨਾ ਨਿਊਜ਼ੀਲੈਂਡ ਫਸਟ ਦਾ। ਸੋ ਅਗਲੇ 3 ਸਾਲਾਂ 'ਚ ਕੀ ਹੁੰਦਾ ਹਾਂ ਦੇਖਣਾ ਬਣਦਾ ਕਿ ਹੁਣ ਨਿਊਜ਼ੀਲੈਂਡ ਫਸਟ ਨਹੀਂ ਇਹਨਾਂ ਤੇ ਰੋਕ ਲਾਉਣ ਵਾਸਤੇ। ਬਿਲਕੁਲ, ਉਸ ਇਲੈਕਸ਼ਨ ਤੋਂ ਦੂਜੇ ਦਿਨ ਮੇਰੀ ਪੋਸਟ ਬਿਲਕੁਲ ਇਹੀ ਸੀਗੀ ਕਿ ਤੁਸੀਂ ਹੁਣ ਬਹਾਨਾ ਨਹੀਂ ਲਾ ਸਕਦੇ, ਹੁਣ ਅਸੀਂ ਸੜਕਾਂ ਤੇ ਮੁੜ ਕੇ ਫੇਰ ਆਵਾਂਗੇ। ਪਰ ਅਸੀਂ ਵੇਟ ਕਰ ਰਹੇ ਸੀਗੇ ਕਿ ਇੱਕ ਕੈਬਨਿਟ ਫਾਰਮ ਹੋ ਲਵੇ, ਪਰ ਹੁਣ ਵੀ ਕੋਈ ਮਿਨਿਸਟਰ ਜਿਹੜਾ ਹੈ ਇਮੀਗ੍ਰੇਸ਼ਨ ਮਿਨਿਸਟਰ ਆ ਜਾਵੇ, ਸੈਟਲ ਡਾਊਨ ਥੋੜਾ ਜਿਹਾ ਦਾ ਹੋ ਜਾਵੇ। ਸੋ ਐਨੀਵੇ, ਸੋ ਅਨੂ ਜੀ ਇਹਦੇ ਵਿੱਚ ਇੱਕ ਆਪਣਾ ਸੈਗਮੈਂਟ ਹੋ ਗਿਆ ਹੁਣ ਤੱਕ ਦਾ। ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜਾ ਇਹ ਮਾਈਗ੍ਰੈਂਟ ਵਰਕਰ ਦਾ ਸ਼ੁਰੂਆਤੀ ਦੌਰ ਦੇ ਵਿੱਚ ਕਿਵੇਂ ਸ਼ੁਰੂ ਹੋਈ, ਕੋਈ ਗੱਲ ਆਪਾਂ ਇਹਨਾਂ ਨੂੰ ਇੱਕ ਦੂਜੇ ਨਾਲ ਕਨੈਕਟ ਕਰਨਾ ਹੈ। ਸੋ ਜਦੋਂ ਇੱਥੇ ਖਾਸ ਕਰਕੇ ਜਦੋਂ ਭਾਰਤੀ ਵਿਦਿਆਰਥੀ ਆਉਣੇ ਸ਼ੁਰੂ ਹੋਏ ਨੇ, ਉਹਨਾਂ ਦੇ ਆਉਣ ਦੇ ਨਾਲ ਵੱਡੀ ਲੈਵਲ ਤੇ ਉਹਨਾਂ ਦਾ ਸ਼ੋਸ਼ਣ ਹੋਣਾ ਸ਼ੁਰੂ ਹੋਇਆ, ਔਰ ਉਹਨਾਂ ਦਾ ਸ਼ੋਸ਼ਣ ਕਰਨ ਵਾਲੇ ਇੱਥੇ ਦੇ ਦੇਸੀ ਸਾਡੇ ਵਿੱਚੋਂ ਹੀ ਇੰਪਲੋਇਰ ਸੀਗੇ, ਦੇਸੀ ਇੰਪਲੋਇਰ ਸੀਗੇ, ਹਿੰਦੁਸਤਾਨੀ ਸੀਗੇ, ਜਿਨ੍ਹਾਂ ਨੇ ਸ਼ੋਸ਼ਣ ਸ਼ੁਰੂ ਕੀਤਾ। ਸੋ ਸਭ ਤੋਂ ਪਹਿਲਾਂ 2012 ਦੇ ਵਿੱਚ ਸੁਪਰ ਲਿਕਰ ਪਾਪਾ ਟੋਏ ਦੇ ਵਿੱਚ ਨਵ ਵਿਵੇਕ ਸਿੰਘ ਦਾ ਉੱਥੇ ਮੁਜ਼ਾਹਰਾ ਕੀਤਾ ਗਿਆ, ਔਰ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੀ ਸਾਥ ਦਿੱਤਾ। ਇੱਕ ਸਿਗਨਲ ਭੇਜਿਆ ਗਿਆ, ਇਹ ਹੁਣ 2020 ਚ ਆ ਚੁੱਕੇ ਆ, ਇਹ 2012 ਦੇ ਵਿੱਚ ਇਹ ਸ਼ੁਰੂ ਹੋਇਆ। ਇਹਨਾਂ ਨੂੰ ਸਿਗਨਲ ਦਿੱਤਾ ਗਿਆ ਵੀ ਇਹ ਕੰਮ ਇੱਥੇ ਨਹੀਂ ਚੱਲਣਾ ਹੈਗਾ, ਤੁਸੀਂ ਪ੍ਰਵਾਸੀ ਕੰਮ ਇਹਦਾ ਸ਼ੋਸ਼ਣ ਨਹੀਂ ਕਰ ਸਕਦੇ ਹੈਗੇ। ਸੋ ਉਦੋਂ ਤੋਂ ਹੀ ਜਿਹੜਾ ਇਹ ਦੇਸੀ ਲੋਟੂ ਲਾਣਾ ਆ, ਉਹ ਉਹਨਾਂ ਨੇ ਆਪਣੀ ਜਥੇਬੰਦਕ ਤਰੀਕੇ ਦੇ ਨਾਲ ਉਹ ਕੰਮ ਆਪਣਾ ਉਹਨਾਂ ਨੇ ਸ਼ੁਰੂ ਕਰਤਾ, ਉਹ ਆਰਗੇਨਾਈਜ਼ ਹੋਣਾ ਸ਼ੁਰੂ ਹੋ ਗਿਆ। ਸੋ ਉਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦਾ ਜਿਹੜੇ ਕੇਸਿਸ ਨੇ ਹੋਰ ਆਉਣੇ ਸ਼ੁਰੂ ਹੋ ਗਏ ਐਕਸਪਲੋਇਟੇਸ਼ਨ ਦੇ, ਉਹ ਚੱਲਦਾ ਰਿਹਾ ਨਾਲ ਦੀ ਨਾਲ। ਫਿਰ ਜਿਹੜਾ ਉਹ ਜਿਹੜੇ ਕੇਸ ਤੇ ਚੱਲ ਰਹੇ, ਉਸ ਤੋਂ ਬਾਅਦ ਜਿਹੜਾ ਇੱਕ ਵੱਡਾ ਮੁੱਦਾ ਸੀਗਾ, ਇਹ ਨੈਸ਼ਨਲ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ, ਉਸ ਵਕਤ ਨੈਸ਼ਨਲ ਦੀ ਸਰਕਾਰ ਸੀਗੀ। ਜਿਹੜੇ ਇੱਥੋਂ ਵਿਦਿਆਰਥੀ ਜਿਹੜੇ ਇਹਨਾਂ ਨੇ ਬਿਨਾਂ ਕਿਸੇ ਉਹਨਾਂ ਦੇ ਕਸੂਰ ਤੋਂ ਜਿਹੜੇ ਡਿਪੋਰਟ ਕੀਤੇ ਸੀਗੇ, ਉਹ ਕਾਫੀ ਲੰਬਾ ਜਿਹੜਾ ਉਹ 8-9 ਮਹੀਨੇ ਬੜਾ ਸੰਘਰਸ਼ ਚੱਲਿਆ, ਔਰ ਅਸੀਂ ਉਹਦੇ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ। ਉਹਦੇ ਵਿੱਚ ਇਕੱਲੇ ਅਸੀਂ ਨਹੀਂ ਸੀਗੇ, ਇੱਥੇ ਦੇ ਜਿਹੜੀਆਂ ਖਾਸ ਕਰਕੇ ਯੂਨਿਟੇਰੀਅਨ ਚਰਚ ਦੀਆਂ ਜਥੇਬੰਦੀਆਂ, ਕੈਥੋਲਿਕ ਚਰਚ, ਯੂਨੀਅਨ, ਚਾਹੇ ਫਸਟ ਯੂਨੀਅਨ ਹੋਵੇ, ਯੂਨਾਈਟ ਦਾ ਤੇ ਸਭ ਤੋਂ ਵੱਡਾ ਰੋਲ ਸੀਗਾ ਸਾਥੀ ਮਾਈਕ ਸ਼ੀਨ ਦਾ, ਔਰ ਉਹ ਜਿਹੜੀ ਨੈਸ਼ਨਲ ਸੀਗੀ ਉਹਨੇ ਤਿੜ ਤੋਂ ਫਿੜ ਨਹੀਂ ਕੀਤੀ। ਪਰ ਉਸ ਟਾਈਮ ਲੇਬਰ ਨੇ ਜਦੋਂ ਵਿਦਿਆਰਥੀਆਂ ਨੇ ਚਰਚ ਦੇ ਵਿੱਚ ਆ ਕੇ ਰਿਫਿਊਜ ਲਿਆ ਹੋਇਆ ਸੀਗਾ ਕਿ ਸਾਨੂੰ ਇੱਥੇ ਆ ਕੇ ਪੁਲਿਸ ਜੇ ਕਰਨਾ ਚਾਹੁੰਦੀ ਗ੍ਰਿਫਤਾਰ ਕਰੇ, ਕਈ ਦਿਨ ਉੱਥੇ ਚੱਲਦਾ ਰਿਹਾ ਮਸਲਾ, ਸਾਰੇ ਜਾਣਦੇ ਨੇ। ਉੱਥੇ ਜਸਵਿੰਦਰ ਜਿਹੜੇ ਹੁਣ ਪ੍ਰਧਾਨ ਮੰਤਰੀ ਨੇ, ਉਹ ਬਕਾਇਦਾ ਚਰਚ ਦੇ ਵਿੱਚ ਆਉਂਦੇ ਨੇ, ਆਸ਼ਵਾਸਨ ਦਿੰਦੇ ਨੇ ਕਿ ਸਾਡੀ ਸਰਕਾਰ ਆਉਂਦੀ ਹੈ, ਅਸੀਂ ਤੁਹਾਨੂੰ ਇਹ ਤੁਹਾਡੇ ਜਿਹੜਾ ਮਸਲਾ ਆ ਇਹਨੂੰ ਹੱਲ ਕਰਾਂਗੇ, ਤੁਹਾਨੂੰ ਵਾਪਸ ਲੈ ਕੇ ਆਉਣ ਦੀ ਸਰਕਾਰ ਲੇਬਰ ਦੀ ਆਉਂਦੀ ਹੈ ਜੀ। ਜਿਹੜੇ ਹੁਣ ਸਾਨੂੰ ਇਹ ਮਿਹਣਾ ਮਾਰ ਰਹੇ ਨੇ ਕਿ ਪਹਿਲਾਂ ਤੁਸੀਂ ਲੇਬਰ ਦੇ ਖਿਲਾਫ ਜਿਹੜਾ ਸੰਘਰਸ਼ ਕੀਤਾ, ਜਦ ਕਿ ਅਸੀਂ ਹਟੇ ਨਹੀਂ ਗਏ ਆਖਰੀ ਦਿਨ ਤੱਕ। ਹਟਿਓ ਤੇ ਤੁਸੀਂ ਹਟਿਓ, ਅਸੀਂ ਨਹੀਂ ਹਟੇ ਹੈਗੇ। ਉਦੋਂ ਵੀ ਸਾਨੂੰ ਇਹੀ ਮਿਹਣਾ ਮਾਰਿਆ ਗਿਆ ਸੀਗਾ ਕਿ ਨੈਸ਼ਨਲ ਚੱਲੇਗੀ ਤੇ ਹੁਣ ਲੇਬਰ ਆ ਗਈ, ਤੁਸੀਂ ਹੁਣ ਇਹਨਾਂ ਦੇ ਖਿਲਾਫ ਕੁਝ ਨਹੀਂ ਕਰਦੇ ਪਏ। ਦੋਸਤੋ, ਬਕਾਇਦਾ ਜਦੋਂ ਜਿਹੜੇ ਵਿਦਿਆਰਥੀ ਡਿਪੋਰਟ ਹੋਏ ਨੇ, ਜਦੋਂ ਲੇਬਰ ਨੇ ਉਸ ਟਾਈਮ ਵੀ ਸਾਡੀ ਨਹੀਂ ਸੁਣੀ, ਤੇ ਲੇਬਰ ਦੇ ਖਿਲਾਫ ਵੀ ਉਵੇਂ ਹੀ ਸੰਘਰਸ਼ ਕੀਤਾ ਗਿਆ, ਘੱਟੋ ਘੱਟ 6-7 ਮਹੀਨੇ ਸੰਘਰਸ਼ ਕੀਤਾ ਗਿਆ। ਔਰ ਉਸ ਤੋਂ ਬਾਅਦ ਫਿਰ ਮੁੜ ਕੇ ਜਿਹੜੇ ਦੇਸੀ ਖਾਸ ਕਰਕੇ ਲੇਬਰ ਦੇ MP ਨੇ, ਉਹਨਾਂ ਨੇ ਫਿਰ ਨਹੀਂ ਪੱਲਾ ਫੜਾਇਆ। ਜਿਹੜੇ ਇੱਕ ਦੋ ਸੀਗੇ, ਜਿਹੜੇ ਸਾਡੇ ਰਿਸਪੈਕਟਡ ਡੈਬਰਾ ਰਸਲ ਜਿਹੜੇ ਨੇ ਲੇਬਰ ਤੋਂ ਨੇ, ਉਹਨਾਂ ਨੇ ਸਾਡੀ ਗੱਲਬਾਤ ਸੁਣੀ, ਕਿਉਂਕਿ ਉਹਨਾਂ ਦੀ ਇੱਕ ਮੀਟਿੰਗ 'ਚ ਅਸੀਂ ਬਕਾਇਦਾ ਪ੍ਰੋਟੈਸਟ ਕੀਤਾ ਜਿੱਥੇ ਇਮੀਗ੍ਰੇਸ਼ਨ ਮਿਨਿਸਟਰ ਆਏ ਹੋਏ ਸੀਗੇ। ਸੋ ਉਹਨਾਂ ਨੇ ਸਿਆਣਾ ਕੰਮ ਕੀਤਾ ਕਿ ਬਕਾਇਦਾ ਸਾਡੀ ਉਹਨਾਂ ਨੇ ਪਹਿਲਾਂ ਗੱਲ ਸੁਣੀ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਪ੍ਰੋਸੈਸ ਸ਼ੁਰੂ ਕਰ ਦਿੱਤਾ ਵਿਦਿਆਰਥੀਆਂ ਦੀ ਮਦਦ ਕਰਨ ਦਾ। ਸੋ ਉਹ ਜਿਹੜਾ ਲੇਬਰ ਦੇ ਖਿਲਾਫ ਉਹ ਸੰਘਰਸ਼ ਕੀਤਾ ਗਿਆ, ਔਰ ਲੇਬਰ ਤੇ ਇਹ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਜਿਹੜੇ ਆਪਣੇ ਵਾਅਦੇ ਕੀਤੇ ਹੋਏ ਉਹਨਾਂ ਨੂੰ ਨਿਭਾਓ। ਸੋ ਉਹ ਜਿਹੜੇ ਵਿਦਿਆਰਥੀ ਸੀਗੇ ਉਹ ਵਾਪਸ
ਹਾਂ ਸਾਰੇ ਤਾਂ ਨਹੀਂ ਆਏ ਪਰ ਹਾਂ ਕਾਫੀ ਸਾਰੇ, ਕਿਉਂਕਿ ਬਾਕੀ ਸਾਰੇ ਉਹਨਾਂ ਕਈ ਕੈਨੇਡਾ ਜਾਂ ਇੱਧਰ ਉੱਧਰ ਚਲ ਗਏ ਹੋਏ ਸੀਗੇ, ਹੋਰ ਮੂਵ ਔਨ ਵੀ, ਪਰ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਸੀਗੇ ਉਹ ਵਾਪਸ ਆ ਗਏ। ਸੋ ਉਸ ਤੋਂ ਬਾਅਦ ਨੂੰ ਜੀ ਜਿਹੜਾ ਇੱਕ ਹੋਰ ਜਦੋਂ ਲੇਬਰ ਦੀ ਫਿਰ ਸਰਕਾਰ ਆਉਂਦੀ ਲਾਸਟ ਟਾਈਮ, ਹੁਣ ਦੀ ਵਾਰੀ ਨਹੀਂ ਪਹਿਲੀ ਵਾਰੀ, ਲਾਸਟ ਟਾਈਮ, ਜਿਹੜਾ ਡੋਜੀ ਜਿਹੜਾ ਬਿਜ਼ਨਸ, ਜਿਹੜਾ ਇੱਕ ਬਹੁਤ ਖਤਰਨਾਕ ਜਿਹੜਾ ਬਿਜ਼ਨਸ ਨੈਸ਼ਨਲ ਨੇ ਸ਼ੁਰੂ ਕੀਤਾ ਸੀਗਾ, ਜਿਹੜੇ ਪ੍ਰਾਈਵੇਟ ਜਿਹੜੇ ਕਾਲਜ ਖੁੱਲ੍ਹ ਗਏ ਸੀਗੇ, ਡੋਜੀ ਕਾਲਜ ਖੁੱਲ੍ਹ ਗਏ ਸੀ ਜਿੱਥੇ ਆਈਲੈਟਸ ਤੋਂ ਬਿਨਾਂ ਵੀ ਵਿਦਿਆਰਥੀ ਆ ਸਕਦੇ ਨੇ, ਕਿਉਂਕਿ ਇਹਨਾਂ ਨੇ ਏਮ ਕੀਤਾ ਹੋਇਆ ਸੀਗਾ ਕਿ ਇਹ ਇੰਡਸਟਰੀ ਜਿਹੜੀ ਆ $6-7 ਬਿਲੀਅਨ ਦੀ ਨਿਊਜ਼ੀਲੈਂਡ ਵਾਸਤੇ, ਉਹ ਸਾਰਾ ਜਿਹੜੇ ਕਾਰਨਰ ਕੱਟ ਕੀਤੇ ਗਏ ਸੀਗੇ। ਐਨੀਵੇ ਉਹ ਇੱਕ ਬਹੁਤ ਵੱਡਾ ਮੈਸੇਜ ਸੀਗਾ। ਅਸੀਂ ਲੇਬਰ ਤੋਂ ਆਸ ਕਰਦੇ ਸੀਗੇ ਵੀ ਇਹ ਸਰਕਾਰ ਦੇ ਵਿੱਚ ਆਉਣਗੇ ਤੇ ਇਹ ਸਾਰੇ ਨੂੰ ਬਹੁਤ, ਇਹਨਾਂ ਕੋਲ ਅਨੂ ਜੀ ਇੰਨੀਆਂ ਆਪਸ਼ਨ ਸੀਗੀਆਂ ਕਿ ਉਹ ਕਾਲਜਾਂ ਨੂੰ ਸਰਕਾਰੀ ਅਦਾਰਿਆਂ ਦੇ ਹੇਠਾਂ ਲਿਆ ਜਾ ਸਕਦਾ ਸੀ, ਉਹ ਵਿਦਿਆਰਥੀਆਂ ਨੂੰ ਮੁੜ ਕੇ ਪ੍ਰੋਪਰ ਜਿਹੜੀ ਐਜੂਕੇਸ਼ਨ ਦਿੱਤੀ ਜਾ ਸਕਦੀ ਸੀ। ਪਰ ਇਹ ਨਹੀਂ ਸੀਗਾ। ਇਹਨਾਂ ਨੇ ਆ ਕੇ ਕੀ ਕੀਤਾ, ਇਹਨਾਂ ਨੇ ਉਹ ਸਾਰੇ ਕਾਲਜ ਬੰਦ ਕਰਨੇ ਸ਼ੁਰੂ ਕਰਤੇ ਔਰ ਜਿਹੜੇ ਵਿਦਿਆਰਥੀ ਸੀਗੇ ਉਹਨਾਂ ਨੂੰ ਕੋਈ ਇਹ ਪ੍ਰਬੰਧ, ਉਹਨਾਂ ਦਾ ਕੋਈ ਪ੍ਰਾਵਧਾਨ ਨਹੀਂ ਕਿ ਤੁਸੀਂ ਆਹ ਕਾਲਜ ਬੰਦ ਹੋਇਆ, ਤੁਸੀਂ ਹੁਣ ਦੂਜੇ ਕਾਲਜ ਦੇ ਵਿੱਚ ਜਾ ਸਕਦੇ ਹੋ, ਤੁਹਾਡੀ ਫੀਸ ਵਾਪਸ ਹੋ ਸਕਦੀ ਆ, ਤੁਹਾਡਾ ਵੀਜ਼ਾ ਐਕਸਟੈਂਡ ਹੋ ਸਕਦਾ। ਉਹਨਾਂ ਨੂੰ ਬਿਲਕੁਲ ਸੜਕ ਤੇ ਜਾ ਕੇ ਸੁੱਟਤਾ ਗਿਆ। ਬਿਲਕੁਲ, ਨਾ ਤੇ ਉਹਨਾਂ ਕੋਲ ਕੁਆਲੀਫਿਕੇਸ਼ਨ ਰਹੀ, ਨਾ ਹੀ ਉਹਨਾਂ ਨੂੰ ਆਪਣੇ ਪੈਸੇ ਵਾਪਸ ਮਿਲੇ, ਤੇ ਉਹ ਮਤਲਬ ਇੱਕ ਦੁਬਾਰਾ ਤੋਂ ਸ਼ੁਰੂ ਕਰਨ ਵਾਲਾ ਸੀਗਾ ਉਹਨਾਂ ਦਾ ਕੰਮ। ਬਿਲਕੁਲ ਉਹ ਹੀ ਆਪਣੀ ਜਰਨੀ ਰੀਸਟਾਰਟ ਕਰਨੀ। ਉਹ ਤਾਸਮੈਨ ਕਾਲਜ ਤੋਂ ਅਨੂ ਜੀ ਸੰਘਰਸ਼ ਸ਼ੁਰੂ ਹੋਇਆ। ਬਿਲਕੁਲ ਉਹਦੇ ਵਿੱਚ ਵਿਦਿਆਰਥੀਆਂ ਨੇ ਰਲ ਮਿਲ ਕੇ ਫਸਟ ਯੂਨੀਅਨ ਅਸੀਂ ਯੂਨਾਈਟ ਯੂਨੀਅਨ ਲੀਡ ਉਹਨਾਂ ਦੀ ਸੀਗੀ, ਉਹਦੇ ਵਿੱਚ ਸੰਘਰਸ਼ ਕਾਲਜਾਂ ਦੇ ਖਿਲਾਫ ਕੀਤਾ ਗਿਆ। 5 ਕਾਲਜਾਂ ਦੇ ਵਿੱਚ ਉਹਨਾਂ ਦੇ ਮਸਲੇ ਜਿਹੜੇ ਸੀਗੇ, ਇਕੱਲੇ ਹਿੰਦੁਸਤਾਨੀ ਇੱਕ ਚਾਈਨੀਜ਼ ਕਾਲਜ ਸੀਗਾ ਜਿਹਦੇ ਚ ਉਹ 5 ਕਾਲਜਾਂ ਜਿਹੜੇ ਮਸਲੇ ਸੀਗੇ ਉਹ ਸੌਰਟ ਆਊਟ ਕੀਤੇ ਗਏ। ਔਰ ਉਸ ਤੋਂ ਬਾਅਦ ਇੱਕ ਉਹ ਪ੍ਰੈਸੀਡੈਂਟ ਸੈੱਟ ਹੋ ਗਿਆ ਕਿ ਕਾਲਜ ਖੁਦ ਬਖੁਦ ਆਪੇ ਹੀ ਆਫਰ ਕਰਨ ਲੱਗ ਪਏ ਉਹ ਚੀਜ਼ਾਂ ਜਿਹੜੀਆਂ ਅਸੀਂ ਉਹ ਸੰਘਰਸ਼ਾਂ 'ਚ ਮੰਗਾਂ ਰੱਖਦੇ ਸੀਗੇ। ਸੋ ਉਹ ਇੱਕ ਕਾਫੀ ਇਤਿਹਾਸਕ ਸਿਚੁਏਸ਼ਨ ਬਣੀ। ਸ਼ੁਰੂ ਦੇ ਵਿੱਚ ਜਿਹੜੇ ਇੱਥੇ ਦੇਸੀ ਲੋਟੂ ਨੇ ਉਹਨਾਂ ਦੀ ਇੱਕ ਲੌਬੀ ਖੜੀ ਹੋ ਗਈ ਸਾਡੇ ਖਿਲਾਫ, ਜਿਹੜੇ ਡੋਜੀ ਕਾਲਜ ਚਲਾ ਰਹੇ ਸੀ ਇਹ ਦੂਸਰੀ ਲੌਬੀ ਖੜੀ ਹੋ ਗਈ। ਕੁਆਇਟ ਆਫਟਨ ਉਹ ਜਿਹੜੇ EMPLOYER ਹੁੰਦੇ ਨੇ ਉਹਨਾਂ ਦਾ ਇੱਕ ਕਾਲਜਸ ਨਾਲ ਵੀ ਕਨੈਕਸ਼ਨ ਕਈ ਵਾਰੀ ਹੁੰਦਾ ਆ। ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ। ਤੀਸਰੀ ਲੌਬੀ ਵਿੱਚ ਕਿਹੜੀ ਖੜੀ ਹੋਈ ਹੈ ਜੀ? ਉਸ ਤੋਂ ਬਾਅਦ ਫਿਰ ਜਿਹੜਾ ਮੋਦੀ ਨੇ CAA ਜਿਹੜਾ ਪਾਸ ਕੀਤਾ, ਹਾਂ, ਉਹਦੇ ਖਿਲਾਫ ਇੱਥੇ ਸਪੋਰਟ 'ਚ ਇੱਥੇ ਸੋਲੀਡੈਰਿਟੀ ਰੈਲੀਜ਼ ਹੋਈਆਂ, ਉਹਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ। ਉਹਦੇ 'ਚ ਹੋਰ ਗਰੁੱਪਸ ਵੀ ਸਨ, ਅਸੀਂ ਇਕੱਲੇ ਨਹੀਂ ਸੀਗੇ ਉਹਦੇ 'ਚ। ਸੋ ਉਹਦੇ ਵਿੱਚ ਇਹ ਜਿਹੜੀਆਂ 2 ਲੌਬੀਆਂ ਸੀ ਪਹਿਲਾਂ ਦੱਸ ਚੁੱਕੇ ਆ, ਉਹਨਾਂ ਨੇ ਜਿਹੜੇ ਇੱਥੇ ਮੋਦੀ ਭਗਤ ਬੈਠੇ ਹੋਏ ਨੇ ਉਹ ਵੀ ਨਾਲ ਸ਼ਾਮਲ, ਉਹਨਾਂ ਨੂੰ ਲਾਮਬੰਦ ਕੀਤਾ ਗਿਆ। ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਤੁਹਾਡੇ ਤੇ ਪਤਾ ਨਹੀਂ ਕਿਹੜੀ 35 ਲਾਵਾਂਗੇ, ਧਾਰਾਵਾਂ ਲਾਵਾਂਗੇ, ਤੁਹਾਨੂੰ ਹਿੰਦੁਸਤਾਨ ਨਹੀਂ ਵੜਨ ਦਿਆਂਗੇ, ਇੰਡੀਅਨ ਪੀਨਲ ਕੋਡ ਦੀਆਂ। ਸੋ ਮੈਂ ਇਹ ਇੱਕ ਪਿਕਚਰ ਤੁਹਾਡੇ ਸਾਹਮਣੇ ਖੜੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਇੱਥੇ ਜਿਹੜਾ ਦੁਸ਼ਮਣ ਸਾਡੇ ਖਿਲਾਫ ਖੜਿਆ ਹੋਇਆ ਹੈ ਉਹ ਕਿੰਨਾ ਪਾਵਰਫੁਲ ਆ। ਸੋ ਸਿਰਫ ਜਿਹੜੀਆਂ ਜੁਝਾਰੂ ਜਥੇਬੰਦੀਆਂ ਸੰਘਰਸ਼ ਲੜਦੀਆਂ ਨੇ, ਅਸੀਂ ਤਾਂ ਖੈਰ ਕਾਫੀ ਛੋਟੇ ਲੈਵਲ ਤੇ ਲੜਦੇ ਹਾਂ ਕੰਪੇਅਰ ਟੂ ਜੋ ਅਸੀਂ ਭਾਰਤ 'ਚ ਦੇਖਦੇ ਹਾਂ। ਸੋ ਉਹਨਾਂ ਨੂੰ ਚੁਣੌਤੀਆਂ ਇੱਕ ਤਾਂ ਉਹ ਕੋਈ ਕੈਂਪੇਨ ਆ, ਕੋਈ ਸੰਘਰਸ਼ ਆ, ਸਿਰਫ ਉਹ ਨਹੀਂ ਆ, ਆਸੇ ਪਾਸੇ ਜੋ ਚੱਲਦਾ ਹੈ ਉਹਨੂੰ ਕਿਸ ਤਰ੍ਹਾਂ ਅਪਰੋਪਰੀਏਟਲੀ ਟੈਕਲ ਕਰਨਾ, ਡੀਲ ਕਰਨਾ, ਉਹ ਵੀ ਨਾਲ ਹੀ ਚੁਣੌਤੀਆਂ ਹੁੰਦੀਆਂ ਨੇ। ਬਿਲਕੁਲ। ਸੋ ਸਿਰਫ ਇਹ ਨਹੀਂ ਹੁੰਦਾ ਕਿ ਇੱਕ ਡੇਟ ਰੱਖ ਲਈ ਤੇ ਉਹ ਉੱਥੇ ਪ੍ਰੋਟੈਸਟ ਕਰਨਾ ਤੇ ਉਹਦੇ ਪੋਸਟਰ ਪ੍ਰਿੰਟ ਕਰ ਲਏ, ਉੱਥੇ ਚਲੇ ਗਏ ਤੇ ਵਾਪਸ ਆ ਗਏ, ਇੰਨਾ ਸਿੰਪਲ ਨਹੀਂ ਹੁੰਦੀ। ਉਸ ਤੋਂ ਪਹਿਲਾਂ ਨੋਟਬੰਦੀ ਕੀਤੀ, ਉਹਦੇ ਖਿਲਾਫ ਵੀ ਬੋਲੇ ਅਸੀਂ, ਡਟ ਕੇ ਬੋਲੇ ਆ। ਬਿਲਕੁਲ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਇੱਕ ਫਿਰ ਜਿਉਂ-ਜਿਉਂ ਇਹਨਾਂ ਦਾ ਸ਼ੋਸ਼ਣ ਵੱਧਦਾ ਗਿਆ, ਜਿਉਂ-ਜਿਉਂ ਜਥੇਬੰਦੀਆਂ, ਸਾਡੀ ਸੰਸਥਾ ਜਾਂ ਹੋਰ ਮੇਨਲੀ ਅਸੀਂ ਕਹਾਂਗੇ ਸਾਡੀ ਸੰਸਥਾ ਯੂਨਾਈਟ ਯੂਨੀਅਨ ਦੇ ਗਾਈਡੈਂਸ ਹੇਠਾਂ ਪਹਿਲਾਂ ਅਸੀਂ ਥੋੜੇ ਲੋਕਾਂ ਨੇ ਸ਼ੁਰੂ ਕੀਤੀ ਸੀ, ਹੁਣ ਬਕਾਇਦਾ ਇੱਕ ਆਫਿਸ ਬਣ ਗਿਆ, ਇੱਕ ਬੜੇ ਸਾਡੇ ਸੀਨੀਅਰ ਕਾਮਰੇਡ ਨੇ ਜਿਹੜੇ ਉਹਨੂੰ ਲੀਡ ਕਰ ਰਹੇ ਨੇ। ਜਥੇਬੰਦੀ ਜਿਹੜੀ ਇਹ ਸਟਰੋਂਗ ਹੁੰਦੀ ਗਈ ਤੇ ਜਿਹੜਾ ਇਹ ਲੋਟੂ, ਜਿਹੜਾ ਦੇਸੀ ਲੋਟੂ ਲਾਣਾ ਹੈ, ਇਹਨਾਂ ਨੇ ਵੀ ਫਿਰ ਆਪਣੀ ਲੌਬੀ ਜਿਹੜੀ ਸ਼ੁਰੂ ਕਰ ਲਈ। ਉਹਦੇ ਵਿੱਚ ਬਕਾਇਦਾ ਸੰਸਥਾਵਾਂ ਬਣਾਈਆਂ ਗਈਆਂ, ਇੱਕ ਪਹਿਲਾਂ ਬਣਾਈ ਗਈ, ਇੱਕ ਰੀਸੈਂਟਲੀ ਹੁਣ ਬਣਾਈ ਗਈ ਹੈ। ਸੋ ਇਹਨਾਂ ਦੇ ਕੋਲੇ ਸਰਮਾਇਆ ਆ, ਇਹਨਾਂ ਦੇ ਕੋਲੇ ਤਾਕਤ ਹੈ, ਪਰ ਇਹ ਸੱਚ ਦੇ ਸੰਗਰਾਮ ਨੇ ਮਰਨਾ ਨਹੀਂ, ਕਦੀ ਇਹ ਜਿੱਤਣਗੇ ਨਹੀਂ। ਪਰ ਮੈਂ ਜਿਹੜੀ ਗੱਲ ਅਸੀਂ ਉਹ ਤੇ ਆਉਣਾ ਚਾਹੁੰਦੇ ਆ ਕਿ ਫਿਰ ਮੁੜ ਕੇ ਇਹਨਾਂ ਨੇ ਇਹੀ ਜਿਹੜੀ ਲੌਬੀ ਹੈ ਜਾਂ ਇਹਨਾਂ ਜਿਹੜੇ ਭੰਪੂ ਨੇ, ਜਿਹੜੇ ਅਸਲ ਦੇ ਵਿੱਚ ਉਹ ਖੁਦ ਸਰਮਾਏਦਾਰ ਹੈ ਵੀ ਨਹੀਂਗੇ ਪਰ ਬਣਨਾ ਚਾਹੁੰਦੇ ਨੇ, ਇਸ ਕਰਕੇ ਉਹਨਾਂ ਦੇ ਭੰਪੂ ਬਣੇ ਹੋਏ ਨੇ, ਕਿਉਂਕਿ ਆਪਣੀਆਂ ਇਹਨਾਂ ਦੀਆਂ ਗਰਜਾਂ ਨੇ। ਉਹਨਾਂ ਨੇ ਡਟ ਕੇ ਫਿਰ ਇਸ ਜਿਹੜਾ ਸੀਗਾ
ਵਿਰੋਧ 'ਚ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਵੀ ਉਹ ਰੂਲ ਸਖਤ ਹੋ ਗਏ, ਇਹ ਹੋ ਗਿਆ, ਉਹ ਹੋ ਗਿਆ, ਜਦ ਕਿ ਗੱਲ ਇਹ ਸੀਗੀ ਪੁਆਇੰਟ 160 ਹੋ ਗਏ 140 ਤੋਂ ਉਹ ਸਿਰਫ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਕਰਕੇ, ਮਤਲਬ ਸਾਡੇ ਹੱਥ 'ਚ ਇੰਨੀ ਤਾਕਤ ਹੈ। ਹਾਂ, ਉਹ ਮਤਲਬ ਉਹ ਕਿਹਨੂੰ ਨਹੀਂ ਪਤਾ ਕਿ ਵਿੰਸਟਨ ਪੀਟਨ ਨੇ ਜਦੋਂ ਹੱਥ ਮਿਲਾਇਆ ਲੇਬਰ ਦੇ ਨਾਲ, ਉਹਦੀ ਸ਼ਰਤ ਇਹ ਸੀਗੀ ਕਿ ਮੈਂ ਮਾਈਗ੍ਰੇਸ਼ਨ ਘਟਾਉਣੀ ਹੈ। ਕਿੰਨੀ ਉਹ ਪਰ ਫਿਰ ਵੀ ਉਹ ਜਿਸ ਤਰ੍ਹਾਂ ਅੰਕੜੇ ਦੱਸਦੇ ਨੇ ਕੋਈ ਖਾਸ ਘਟੀ ਨਹੀਂ ਆ ਮਾਈਗ੍ਰੇਸ਼ਨ, ਉੱਥੇ ਕੁ ਜਿਹੀ ਆ, ਉਹਨੇ ਕੀ ਆ ਨੰਬਰ। ਸੋ ਉਹਦੀ ਉਹ ਸ਼ਰਤ ਰੱਖਣ ਦੇ ਬਾਵਜੂਦ ਵੀ ਉਹਨਾਂ ਨੇ ਨਵੇਂ ਵੀਜ਼ੇ ਤੇ ਨਹੀਂ ਕੀਤੇ ਨਾ, ਜਿੰਨੇ ਉਹ ਸਪੀਡ ਨਾਲ ਪਹਿਲਾਂ ਕਰਦੇ ਪਏ ਸੀਗੇ। ਹਾਂ, ਉਹ ਨਹੀਂ ਸਪੀਡ ਨਾਲ ਨਹੀਂ। ਸੋ ਹਾਂ, ਰੀਸੈਂਟਲੀ ਤੇ ਚਲੋ ਕੀਵੀਜ਼ ਵੀ ਕਾਫੀ ਵਾਪਸ ਆਏ, ਕਿਉਂਕਿ ਉਹ ਆਈ ਡੋਂਟ ਨੋ ਕਿਸ ਤਰ੍ਹਾਂ ਉਹ ਆਪਣੇ ਸਟੈਟਸ ਕਰਦੇ ਨੇ। ਸੋ ਇਹ ਹਾਂਜੀ, ਕਾਫੀ ਜਦੋਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ, ਇਸ ਤਰ੍ਹਾਂ ਲੱਗਦਾ ਕਿ 8 ਸਾਲ 'ਚ ਹੀ ਕਾਫੀ ਲੰਬਾ ਸਫ਼ਰ ਹੈ। ਹੁਣ ਜੀ ਅਸੀਂ ਬਿਲਕੁਲ ਹੁਣ ਹਿਸਟਰੀ ਰਿਪੀਟ ਹੋ ਚੁੱਕੀ ਆ ਕਿ ਜਿਵੇਂ ਪਹਿਲਾਂ ਲੇਬਰ ਆਈ ਸੀਗੀ ਉਦੋਂ, ਕਿਉਂਕਿ ਉਦੋਂ ਤੇ ਕੱਲੇ ਜਿਹੜਾ ਇੱਥੇ ਦਾ ਸੀਗਾ ਉਹ ਮਿਹਣੇ ਮਾਰਦਾ ਸੀਗਾ ਵੀ ਹੁਣ ਤੁਸੀਂ ਕੀ ਕਰੋਗੇ, ਇਹ ਕਰੋਗੇ, ਉਹ ਕਰੋਗੇ। ਹੁਣ ਜਿਹੜੀ ਉਹਨੂੰ ਜੀ ਫਰਸਟ੍ਰੇਸ਼ਨ ਆ ਜਿਹੜੀ ਭਾਰਤ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ, ਅਸੀਂ 100% ਮਤਲਬ ਜ਼ਿੰਦਗੀਆਂ ਜਿਹੜੀਆਂ ਨੇ ਸਾਡੇ ਖੁਦ ਜਿਹੜੇ ਬੱਚੇ ਜਿਨ੍ਹਾਂ ਨਾਲ ਸਾਡੇ, ਮੈਂ ਹੁਣ ਨਾਂ ਨਹੀਂ ਉਹਨਾਂ ਨੂੰ ਲੈਣੇ ਚਾਹੁੰਦਾ, ਸਾਡੇ ਉੱਥੇ ਖੁਦ ਬੱਚੇ ਫਸੇ ਹੋਏ ਨੇ ਜਿਨ੍ਹਾਂ ਦੀਆਂ ਮਤਲਬ ਗਾਂ ਸਿਰਫ ਹਨੇਰਾ ਆ, ਕੁਛ ਸਮਝ ਨਹੀਂ ਆ ਰਿਹਾ ਵੀ ਕੀ ਕੀਤਾ ਜਾਵੇ। ਉਹ ਫਰਸਟ੍ਰੇਸ਼ਨ ਆ ਜਿਹੜੀ ਉਹ ਹੈਗੀ ਆ, ਤੁਹਾਨੂੰ ਫਰਸਟ੍ਰੇਸ਼ਨ ਹੈਗੀ, ਅਸੀਂ ਸਮਝਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਨਾਲ ਤੁਸੀਂ ਮਿਹਣੋ ਮਿਹਣੀ ਹੋਵੋ ਔਰ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਵੋ ਕਿ ਇਹ ਹੁਣ ਖੁਦ ਕੁਛ ਨਹੀਂ ਕਰ ਰਹੇ। ਇਹ ਹਿਸਟਰੀ ਰਿਪੀਟ ਹੋ ਰਹੀ ਹੈ, ਇਹ ਸਾਨੂੰ ਪਹਿਲਾਂ ਵੀ ਮਿਹਣੇਬਾਜ਼ੀ ਹੋ ਚੁੱਕੀ ਆ, ਅਸੀਂ ਹੁਣ ਵੀ ਪਿੱਛੇ ਨਹੀਂ ਹਟਾਂਗੇ। ਹੁਣ ਵੀ ਅਸੀਂ ਜਿਹੜੀ ਨਵੀਂ ਸਰਕਾਰ ਆਈ ਹੈ ਇਹਦੇ ਖਿਲਾਫ ਇੱਕ ਨਵੀਂ ਸਟ੍ਰੈਟਜੀ ਲੈ ਕੇ ਇਹਨਾਂ ਦੇ ਖਿਲਾਫ ਔਨ ਸ਼ੋਰ ਤੇ ਜਿਹੜੇ ਆਫ ਸ਼ੋਰ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਮੁੜ ਕੇ ਸੰਘਰਸ਼ ਕਰਾਂਗੇ। ਦੋਨਾਂ ਵਾਸਤੇ ਲੜਾਂਗੇ ਅਸੀਂ। ਸਾਡੀ ਇੱਕ ਸਿੰਗਲ ਜਿਹੜੀ ਪੋਸਟ ਵਾ, ਸਾਨੂੰ ਇੱਕ ਸਾਡਾ ਰੇਡੀਓ ਪ੍ਰੋਗਰਾਮ ਸਾਨੂੰ ਦਿਖਾ ਦਿਓ ਜਿੱਥੇ ਅਸੀਂ ਲੇਬਰ ਦੀ ਸਪੋਰਟ ਕੀਤੀ ਹੋਵੇ। ਅਸੀਂ ਗ੍ਰੀਨ ਦੀ ਸਪੋਰਟ ਕੀਤੀ ਆ, ਪਿਛਲੇ ਇਲੈਕਸ਼ਨ 'ਚ ਵੀ ਕੀਤੀ ਆ, ਹੁਣ ਵੀ ਕੀਤੀ ਆ, ਕਿਉਂਕਿ ਉਹਨਾਂ ਦੇ ਨਾਲ ਇੱਕ ਸਾਥੀ ਆ ਸਾਡਾ ਰਿਕਾਰਡੋ, ਉਹ ਕੋਈ ਇਹੋ ਜਿਹੀ ਰੈਲੀ ਨਹੀਂ ਗਈ, ਚਾਹੇ ਉਹ ਵਿਦਿਆਰਥੀਆਂ ਦਾ ਹੋਵੇ ਤੇ ਚਾਹੇ ਇਹ ਲੁੱਟ ਸੁੱਟ ਦਾ ਮਾਮਲਾ ਹੋਵੇ ਦੇਸੀਆਂ ਦੀ, ਜਿੱਥੇ ਉਹ ਨਾ ਆਇਆ ਹੋਵੇ। ਉਹ ਖੁਦ ਮਾਈਗ੍ਰੈਂਟ ਨੇ, ਮੈਕਸੀਕੋ ਤੋਂ ਨੇ, ਉਹ ਇੰਟਰਨੈਸ਼ਨਲ ਸਟੂਡੈਂਟ ਆਏ ਸਨ ਇੱਥੇ। ਸੋ ਉਹ ਜਿਹੜੇ ਸਫ਼ਰ ਚੋਂ ਸਾਰੇ ਭਾਰਤੀ ਵਿਦਿਆਰਥੀ ਲੰਘਦੇ ਨੇ, ਐਗਜ਼ੈਕਟਲੀ ਉਸੇ ਹੀ ਜਰਨੀ ਚੋਂ ਉਹ ਨਿਕਲ ਕੇ ਤੇ ਪੱਕੇ ਹੋਏ ਨੇ ਇੱਥੇ। ਬਿਲਕੁਲ। ਔਰ ਉਹ MP ਬਣ ਚੁੱਕੇ ਨੇ, ਹਾਂ, ਲੇਬਰ ਗ੍ਰੀਨ ਲਿਸਟ। ਔਰ ਉਹਨਾਂ ਦੀ ਸਭ ਤੋਂ ਪਹਿਲੀ ਸਟੇਟਮੈਂਟ ਇਹ ਸੀਗੀ ਕਿ ਮੈਂ ਆਪਣੀ ਰਹਿੰਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਮਾਈਗ੍ਰੈਂਟ ਦੇ ਹੱਕਾਂ ਦੇ ਵਾਸਤੇ ਮੈਂ ਖੜਾਂਗਾ। ਸੋ ਐਨੀਵੇ ਉਸ ਇਵੈਂਟ ਦੀ ਅਸੀਂ ਗੱਲ ਕਰਦੇ ਹਾਂ। ਮੈਂ ਇੱਕ ਨੂੰ ਜੇ ਵਿੱਚ ਹੋਰ ਗੱਲ ਐਡ ਕਰਨੀ ਚਾਹੁੰਦਾ ਕਿ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਆ ਰਹੀਆਂ ਨੇ ਕਿ ਗੱਲਾਂ ਦਾ ਕੜਾਹ ਨਾ ਬਣਾਓ। ਮਿੱਤਰੋ, ਗੱਲਾਂ ਦਾ ਕੜਾਹ ਨਹੀਂ ਬਣ ਰਿਹਾ ਇੱਥੇ। ਇੱਕ 2012 ਤੋਂ ਲੈ ਕੇ 8-10 ਸਾਲ ਦਾ ਇੱਕ ਬਹੁਤ ਲੰਬਾ ਸੰਘਰਸ਼ ਆ। ਅਸੀਂ ਕਿਤੇ ਵੀ ਕੰਪਰੋਮਾਈਜ਼ ਨਹੀਂ ਕੀਤਾ ਕਿਸੇ ਦੇ ਨਾਲ। ਔਰ ਨਾਲ ਹੀ ਜਿਹੜੇ ਹੋਰ ਸਥਾਨਕ ਚੱਲਦੇ ਨੇ ਸੰਘਰਸ਼, ਜਿਹੜੇ ਸਾਨੂੰ ਲੱਗਦਾ ਕਿ ਉਹ ਚਾਹੇ ਉਹ ਟੀਚਰਸ ਯੂਨੀਅਨ ਦੇ ਹੋਣ, ਨਰਸਿੰਗ ਦਾ ਹੋਵੇ, TPPA ਦੇ ਹੋਣ, ਅਸੀਂ ਹਮੇਸ਼ਾ ਉੱਥੇ ਹੋਮਲੈਸ ਜਿਹੜੇ ਇੱਥੇ ਕਾਰ ਪਾਰਕਾਂ ਦੇ ਵਿੱਚ ਜਿਹੜੇ ਹੋਮਲੈਸ ਬੰਦੇ ਉਹਨਾਂ ਦੇ ਨਾਲ ਜਾ ਕੇ ਉੱਥੇ ਸੌਂਦੇ ਰਹੇ ਵੀਕਐਂਡ ਤੇ, ਉਹ ਵੀ ਸੀਗਾ ਪਿੱਛੇ। ਸੋ ਅਸੀਂ ਉਹਨਾਂ 'ਚ ਵੀ ਯੋਗਦਾਨ ਪਾਉਂਦੇ ਆ ਆਪਣਾ, ਕਿਉਂਕਿ ਜਿਸ ਤਰ੍ਹਾਂ ਪਹਿਲੇ ਗੱਲ ਕਰਕੇ ਹਟੇ ਆ ਕਿ ਉਹ ਸਾਰੀ ਗੱਲ ਕਨੈਕਟਡ ਆ, ਉਹ ਸਾਨੂੰ ਸਾਰਿਆਂ ਨੂੰ ਇਫੈਕਟ ਕਰਦੀ ਆ। ਹੁਣ ਜਿਹੜਾ ਰੀਸੈਂਟ ਕਿ ਅਸੀਂ ਪੰਜਾਬ 'ਚ ਜਾਂ ਭਾਰਤ ਭਰ 'ਚ ਕੀ ਜਿਹੜੀ ਕਿਸਾਨੀ ਔਰ ਮਜ਼ਦੂਰੀ ਨੂੰ ਇਹ ਖਤਮ ਕਰਨ ਜਾ ਰਹੇ ਨੇ ਕਿਸਾਨਾਂ ਨੂੰ, ਉਹਦੇ ਲਈ ਵੀ ਇੱਥੇ ਪ੍ਰੋਟੈਸਟ ਹੋਰ ਸੰਸਥਾਵਾਂ ਨਾਲ ਮਿਲ ਕੇ ਕੀਤਾ ਗਿਆ ਆ। ਸੋ ਇਹ ਕੋਰ ਜਿਹੜਾ ਸਾਡਾ ਕੰਮ ਹੈ। ਜਦੋਂ ਮੈਂ ਉਹ ਪੋਸਟ ਪਾਈ ਆ ਉੱਥੇ ਹੀ ਸਭ ਤੋਂ ਜ਼ਿਆਦਾ ਇਹ ਕ੍ਰਿਟਿਸਿਜ਼ਮ ਹੋਇਆ ਨਾ ਕਿ ਤੁਸੀਂ ਇੱਥੇ ਵਾਲਿਆਂ ਵਾਸਤੇ ਕਿਉਂ ਨਹੀਂ ਕੁਝ ਕਰ ਰਹੇ। ਹਾਂ, ਪਿਛਲੇ ਕੁਝ ਭਰਾਵੋ ਕੀਤਾ ਆ। ਮੈਂ ਇੱਕ ਨੂੰ ਜੇ ਇੱਕ ਮੈਂ ਹੋਰ ਇਹ 'ਚ ਐਡ ਕਰਨੀ ਚਾਹੁੰਦਾ, ਕਿਉਂਕਿ ਮੈਨੂੰ ਕਾਫੀ ਇਹ ਗੱਲ ਦਾ ਦੁੱਖ ਲੱਗਦਾ ਕਿ ਜਿਹੜੇ ਪ੍ਰਵਾਸੀ ਕਾਮੇ ਇੱਥੋਂ ਜਿਹੜੇ ਆਫਸ਼ੋਰ ਫਸੇ ਹੋਏ ਨੇ, ਅਸੀਂ ਫਰਸਟ੍ਰੇਸ਼ਨ ਨੂੰ ਸਮਝਦੇ ਹਾਂ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉੱਥੇ ਬਹਿ ਕੇ ਇਹ ਤੇ ਸਾਨੂੰ ਤੁਸੀਂ ਮੇਣਾ ਮਾਰਤਾ ਕਿ ਤੁਸੀਂ ਉੱਥੇ ਪੰਜਾਬ ਦੀਆਂ ਗੱਲਾਂ ਕਰਦੇ ਹੋ, ਇੱਥੇ ਦੀਆਂ ਮਸਲੇ ਕਰੋ, ਜਦ ਕਿ ਅਸੀਂ ਕਹਿ ਚੁੱਕੇ ਹਾਂ ਕਿ ਅਸੀਂ ਉਹਨਾਂ ਦੇ ਬਾਰੇ ਲੜ ਰਹੇ ਹਾਂ। ਤੁਸੀਂ ਕਿਸਾਨਾਂ ਦੇ ਸੰਘਰਸ਼ਾਂ ਦੇ ਵਿੱਚ ਕਿਵੇਂ ਸ਼ਾਮਲ ਹੋ, ਤੁਸੀਂ ਉੱਥੇ ਦੇ ਮਜ਼ਦੂਰਾਂ ਦੇ ਸੰਘਰਸ਼ਾਂ ਦੇ ਵਿੱਚ ਕਿੰਨੇ ਸ਼ਾਮਲ ਹੋ, ਤੁਸੀਂ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ, ਖਾਸ ਕਰਕੇ ਲੋਕਡਾਊਨ ਦੇ ਦੌਰਾਨ ਜਿੰਨੀ ਉਹਨਾਂ ਨਾਲ ਤਰਾਸਦੀ ਹੋਈ ਆ, ਤੁਸੀਂ ਉਹ ਜਿਹੜੇ ਮਜ਼ਦੂਰ ਜਿਹੜੇ ਸੀਗੇ ਜਿਹੜੇ ਪੰਜਾਬ ਦੇ ਆਏ ਨੇ, ਜਿਹੜੇ ਬਿਹਾਰ ਤੋਂ ਆਏ ਨੇ, UP ਤੋਂ ਆਏ ਨੇ, ਤੁਸੀਂ ਉਹਨਾਂ ਦਾ ਕਿੰਨਾ ਸਾਥ ਦਿੱਤਾ। ਉਹਨਾਂ ਨੂੰ ਰੋਕਿਆ ਗਿਆ ਵੀ ਤੁਹਾਨੂੰ ਆਪਣੇ ਦੇਸ਼ ਜਾਣ ਦੀ ਲੋੜ ਨਹੀਂ, ਤੁਸੀਂ ਸਾਡੇ ਘਰਾਂ ਦੇ ਵਿੱਚ ਰਹੋ, ਸਾਡੇ ਬੈਡਰੂਮ ਦੇ ਵਿੱਚ ਰਹੋ। ਤੁਸੀਂ ਇੱਦਾਂ ਕੀਤਾ?
ਇਹ ਸਾਨੂੰ ਜਵਾਬ ਚਾਹੀਦਾ, ਕਿਉਂਕਿ ਇਹ ਬਿਲਕੁਲ ਇੱਕ ਗਲਤ ਹੈ। ਔਰ ਤੁਸੀਂ ਇੱਕ ਬਹਿਕਾਵੇ ਦੇ ਵਿੱਚ ਜਿਹੜੀਆਂ ਇੱਥੇ ਸਾਡੇ ਵਿਰੋਧ ਦੇ ਵਿੱਚ ਜਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਨੇ, ਤੁਸੀਂ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਰਹੇ ਹੋ। ਇੱਕ ਪੋਲਿਟਿਕਸ ਹੈ ਜਿਹੜੀ ਪੋਲਿਟਿਕਸ ਹਮੇਸ਼ਾ ਮਾੜੀ ਨਹੀਂ ਹੁੰਦੀ। ਇੱਕ ਜਿਹੜੀ ਇਹ ਇੱਕ ਜਮਾਤਾਂ ਨੇ ਜਿਹੜੀਆਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਕਲੀਅਰਲੀ ਬਣ ਚੁੱਕੀਆਂ ਨੇ ਆਪਣੇ ਹਿੰਦੁਸਤਾਨੀਆਂ ਦੇ ਵਿੱਚ, ਇੱਕ ਲੁੱਟਣ ਵਾਲੀ ਜਮਾਤ ਹੈ ਤੇ ਇੱਕ ਲੁੱਟ ਹੋ ਰਹੀ ਜਮਾਤ ਹੈ। ਤੁਸੀਂ ਜਿਹੜੇ ਆਫਸ਼ੋਰ ਫਸੇ ਹੋ ਰਹੇ ਹੋ, ਤੁਸੀਂ ਲੁੱਟ ਹੋਣ ਵਾਲੀ ਜਮਾਤ ਹੈ, ਤੇ ਜਿਹੜੇ ਇੱਥੇ ਲੁੱਟਣ ਵਾਲੇ ਜਮਾਤੀ ਨੇ ਉਹ ਤੁਹਾਨੂੰ ਗੁੰਮਰਾਹ ਕਰਦੇ ਨੇ, ਔਰ ਬਹੁਤ ਵੱਡੇ ਤਰੀਕੇ ਨਾਲ ਤੁਹਾਨੂੰ ਗੁੰਮਰਾਹ ਕਰ ਰਹੇ ਨੇ। ਔਰ ਯੂਨੀਅਨ ਦੇ ਖਿਲਾਫ ਜਿਹੜੀ ਇਹ ਗੱਲ ਹੈ ਕਿ ਹੁਣ ਜਦੋਂ ਮਾਈਕਲ ਵੁੱਡ ਆਇਆ ਬਾਹਰ ਉੱਥੇ ਮੁਜ਼ਾਹਰਾ ਕਰਨ ਲਈ ਨੂੰ ਜੀ ਸੌਰੀ ਸਾਨੂੰ ਮਿਲਣ ਦੇ ਵਾਸਤੇ, ਉਹਨੇ ਆ ਕੇ ਮੈਨੂੰ ਜੱਫੀ ਪਾਈ ਹੈ। ਸੋ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਲੇਬਰ ਦੇ ਨਾਲ ਮਿਲ ਗਏ ਹਾਂ। ਹੁਣ ਜਦੋਂ ਕਿਸਾਨ ਸਰਕਾਰ ਦੇ ਨਾਲ ਗੱਲਬਾਤ ਕਰਨ ਜਾਂਦੇ ਆ, ਉੱਥੇ ਦੀਪੂ ਸਿੱਧੂ ਵਾਲੇ ਕਹਿੰਦੇ ਵੀ ਬੰਦ ਕਮਰੇ 'ਚ ਮੀਟਿੰਗਾਂ ਹੋਈਆਂ, ਇਹ ਹੋ ਗਿਆ ਉਹ ਹੋ ਗਿਆ। ਹੁਣ ਅਸਲ ਮਤਲਬ ਗੱਲ ਤੇ ਜਿਹੜੀ ਆ ਦੂਜੀ ਪਾਰਟੀ ਨਾਲ ਗੱਲਬਾਤ ਉਹ ਪ੍ਰੋਟੈਸਟ ਦਾ ਮਤਲਬ ਤੇ ਹੋਈ ਹੈ ਨਾ ਕਿ ਜੋ ਉਹਨਾਂ ਨੂੰ ਮਜਬੂਰ ਕੀਤਾ ਜਾਵੇ ਵੀ ਸਾਡੇ ਨਾਲ ਗੱਲ ਕਰੋ, ਇੰਗੇਜ ਕਰੋ ਸਾਡੇ ਨਾਲ। ਜਿੱਥੇ ਅਸੀਂ ਵੇਖੇ ਆ ਅਸੀਂ ਕਹਿਤਾ ਵੀ ਅਸੀਂ ਹੁਣ ਲੇਬਰ ਦੇ ਹੱਕ ਦੇ ਵਿੱਚ ਭੁਗਤੇ ਆ, ਫਿਰ ਸਾਨੂੰ ਸਵਾਲ ਕਰੋ। ਹਜੇ ਤੱਕ ਤੇ ਇਹੋ ਜਿਹਾ ਕੋਈ ਮਸਲਾ ਨਹੀਂ ਆਇਆ ਹੈਗਾ। ਸੋ ਪਲੀਜ਼ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਤੁਹਾਡੇ ਇੱਥੇ ਮਿੱਤਰ ਬੇਲੀ ਬੈਠੇ ਹੋਏ ਨੇ, ਖਾਸ ਕਰਕੇ ਜਿਹੜੇ ਆਫਸ਼ੋਰ ਸਟੱਕ ਨੇ, ਉਹ ਜਿਹੜੇ ਆਉਂਦੇ ਸਾਡੇ ਸੰਘਰਸ਼ ਨੇ ਉਹਨਾਂ ਦੇ ਵਿੱਚ ਹਿੱਸਾ ਪਾਉਣ। ਉਹਨਾਂ ਨੂੰ ਬੇਨਤੀ ਕਰੋ ਕਿ ਉਹਨਾਂ ਦੇ ਵਿੱਚ ਹਿੱਸਾ ਪਾਉਣ। ਜਦੋਂ ਉਹ ਮੈਨੂੰ ਗਰਾਹਾਂ ਜੀ ਦੀ ਜੋਗਿੰਦਰ ਸਿੰਘ ਗਰਾਹਾਂ ਜੀ ਲੈਕਚਰ ਉਹਨਾਂ ਦਾ ਯਾਦ ਵਾ, ਟਾਈਮ ਬਿਲਕੁਲ ਥੋੜਾ, ਕਿ ਅਸੀਂ ਜਿੰਨਾ ਮਰਜ਼ੀ ਕਹੀ ਜਾ ਰਹੇ ਵੀ ਅਸੀਂ ਨਹੀਂ ਵਿਕਦੇ, ਉਹਨਾਂ ਕੋਈ ਫਰਕ ਨਹੀਂ ਪੈਣਾ। ਜਦੋਂ ਤੁਸੀਂ ਇਹ ਕਹੋਗੇ, ਜਦੋਂ ਤੁਸੀਂ ਕਹੋਗੇ ਨਾ ਕਿ ਇਹ ਜਿਹੜੇ ਲੋਕ ਨੇ ਨਾ, ਜਿਹੜੇ ਲੋਕ ਪ੍ਰਵਾਸੀ ਕਾਮਗਾਰ ਯੂਨੀਅਨ ਵਾਲੇ, ਯੂਨਾਈਟ ਵਾਲੇ, ਇਹ ਕਦੀ ਵੇਖਦੇ ਨਹੀਂ। ਜਿੱਤ ਤੁਹਾਡੀ ਉਦੋਂ ਹੋਣੀ ਆ, ਇਹ ਮੈਂ ਤੁਹਾਨੂੰ ਗਾਰੰਟੀ ਨਾਲ ਕਹਿੰਦਾ। ਜਦੋਂ ਤੱਕ ਤੁਹਾਡਾ ਕਿਸੇ ਤੇ ਭਰੋਸਾ ਨਹੀਂ ਹੈ, ਜਿਹੜੇ ਮੂਵਮੈਂਟ ਲੀਡ ਕਰ ਰਹੇ ਨੇ, ਉਦੋਂ ਤੱਕ ਇਹ ਜਿੱਤ ਜਿਹੜੀ ਆ ਉਹ ਜਿੱਤੀ ਨਹੀਂ ਜਾ ਸਕਦੀ ਹੈਗੀ। ਸੋ ਜਿਹੜੇ ਤੁਹਾਨੂੰ ਉਦੋਂ ਉਕਸਾਉਂਦੇ ਸੀਗੇ, ਉਹ ਖੁਦ ਹੁਣ ਸੜਕਾਂ ਦੇ ਉੱਪਰ ਰੈਲੀਆਂ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ। ਸੋ ਉਹਨਾਂ ਨੂੰ ਵੀ ਸਵਾਲ ਕਰੋ ਵੀ ਤੁਸੀਂ ਉਦੋਂ ਕਿੱਥੇ ਸੀਗੇ। ਸੋ ਅਨੂ ਜੀ, ਮੇਰੇ ਖਿਆਲ ਆਪਣੀ ਜਿਹੜਾ ਆਉਣ ਦੀ ਜਿਹੜੀ ਮੀਟਿੰਗ ਆ, ਜਿਹੜਾ ਇੱਕ ਸਟ੍ਰੈਟੇਜੀ ਜਿਹੜੀ ਆਪਣੀ ਹੈਗੀ ਹੈ ਇਹ ਲੜਨ ਦੇ ਵਾਸਤੇ ਤੁਸੀਂ। ਸੋ ਇੱਕ ਤਾਂ ਬੀਤੇ ਵੀਰਵਾਰ ਅਸੀਂ ਸਾਡੀ ਮੀਟਿੰਗ ਸੀਗੀ, ਉਹਦੇ ਵਿੱਚ ਇਲੈਕਸ਼ਨ ਦਾ ਐਨਾਲਿਸਿਸ ਸੀਗਾ, ਨਿਊਜ਼ੀਲੈਂਡ ਦੀ ਇਲੈਕਸ਼ਨ ਦਾ। ਤਾਂ ਉਹਦੇ ਵਿੱਚ ਮੇਰੇ ਵੱਲੋਂ ਗੱਲ ਮਾਈਗ੍ਰੈਂਟਸ ਦੀ ਰੱਖੀ ਗਈ ਕਿ ਪਿਛਲੇ 3 ਸਾਲਾਂ 'ਚ ਇਹਨਾਂ ਨੇ ਕੀ ਕੁਛ ਨਹੀਂ ਕੀਤਾ, ਤਾਂ ਅਗਲੇ 3 ਸਾਲਾਂ 'ਚ ਅਸੀਂ ਕਿਸ ਤਰ੍ਹਾਂ ਲੜਨਾ ਆ। ਸੋ ਉਹਦੇ 'ਚ ਵੀ ਅਸੀਂ ਕਾਫੀ ਲੋਕਾਂ ਨੂੰ ਸੱਦਾ ਦਿੱਤਾ ਸੀਗਾ, 20-25 ਲੋਕ ਸੀਗੇ, ਆਪਣੇ ਵੀ 2-3 ਸੀ। ਸੋ ਚੰਗਾ ਲੱਗਿਆ ਦੇਖ ਕੇ ਕਿ 2-3 2-3 ਬਹੁਤ ਨੇ, 2-3 ਜਿੱਥੇ ਕੋਈ ਵੀ ਨਹੀਂ ਹੁੰਦਾ, 2-3 ਬਹੁਤ ਨੇ ਨਾ। ਸਾਰੇ ਫੇਸਬੁੱਕ ਤੇ ਵਿਦਵਾਨ ਅਸੀਂ ਉਹੀ ਮੀਟਿੰਗ ਨੂੰ ਅਸੀਂ ਜ਼ੂਮ ਤੇ ਕਰ ਲੈਂਦੇ ਤਾਂ ਮੈਨੂੰ ਲੱਗਦਾ 100 ਦੀ ਗਿਣਤੀ 'ਚ ਸ਼ਾਇਦ ਲੋਕ ਨਾਲ ਹੁੰਦੇ। ਸੋ ਐਨੀਵੇ ਆਉਂਦੇ ਵੀਰਵਾਰ ਜੋ ਮੀਟਿੰਗ ਦਾ ਸਹਾਰਾ ਲੈ ਕੇ ਮੈਂ ਮੈਨੂੰ ਅਗਰ ਅਸੀਂ ਹੋਰ ਗੱਲ 'ਚ ਪੈ ਗਏ, ਮੇਰਾ ਜਿਹੜਾ ਇੰਪੋਰਟੈਂਟ ਨੋਟਿਸ ਹੈ ਰਹਿ ਜਾਣਾ। ਸੋ ਆਉਂਦੇ ਵੀਰਵਾਰ ਯਾਨੀ ਕਿ 29 ਅਕਤੂਬਰ ਸ਼ਾਮ 7:30 ਵਜੇ ਤੋਂ 9 ਵਜੇ ਸਾਡਾ ਜਿਹੜਾ ਆਪਣਾ ਆਫਿਸ ਹੈ, ਉੱਥੇ ਸਪੈਸੀਫਿਕਲੀ ਇਹ ਮਾਈਗ੍ਰੈਂਟਸ ਦੇ ਇਸ਼ੂਜ਼ ਤੇ ਮੀਟਿੰਗ ਰੱਖੀ ਗਈ ਹੈ। ਸੋ ਇਸ ਮੀਟਿੰਗ ਵਿੱਚ ਜਿਹੜੇ ਨਵੇਂ ਮਾਈਗ੍ਰੈਂਟ ਐਮਪੀਜ਼ ਆਏ ਨੇ ਲੇਬਰ ਪਾਰਟੀ ਦੇ ਔਰ ਗ੍ਰੀਨ ਪਾਰਟੀ ਦੇ, ਉਹਨਾਂ ਨੂੰ ਇਨਵਾਈਟ ਕੀਤਾ ਗਿਆ ਹੈ ਤਾਂ ਕਿ ਤੁਸੀਂ ਸਾਰੇ ਆਪਣੀਆਂ ਪ੍ਰੋਬਲਮਸ ਰੱਖ ਸਕੀਏ ਔਰ ਜਿਹੜੇ ਹੱਲ ਨੇ ਉਹ ਉਹਨਾਂ ਕੋਲੋਂ ਡਿਮਾਂਡ ਕਰੀਏ। ਸੋ ਜਿਹੜੇ ਗ੍ਰੀਨ ਪਾਰਟੀ ਦੇ ਐਮਪੀ ਓਬਵੀਅਸਲੀ ਰਿਕਾਰਡੋ, ਉਹਨਾਂ ਨੇ ਕਨਫਰਮ ਕਰ ਦਿੱਤੀ ਆਪਣੀ ਅਟੈਂਡੈਂਸ। ਲੇਬਰ ਵਾਲੇ ਜਿਹੜੇ 4 ਨੇ, 2 ਜਣਿਆਂ ਨੇ ਮੈਨੂੰ ਹਾਲੇ ਦੱਸਣਾ ਕਿ ਉਹਨਾਂ ਕੋਲ ਸਮਾਂ ਹੋਏਗਾ ਕਿ ਨਹੀਂ, ਤੇ ਜਿਹੜੇ ਦੂਸਰੇ 2 ਨੇ ਉਹਨਾਂ ਨੇ ਮੇਰੀ ਰਿਕੁਐਸਟ ਐਕਨੋਲੇਜ ਵੀ ਨਹੀਂ ਕੀਤੀ। ਪਹਿਲਾ ਇਤਿਹਾਸ ਹੈ ਇਹਨਾਂ ਦਾ ਪੁਰਾਣਾ। ਹਾਂ ਉਹ ਇਤਿਹਾਸ ਹੈ। ਸੋ ਇਹ ਜੀ ਆਉਂਦੇ ਵੀਰਵਾਰ 29 ਅਕਤੂਬਰ ਸ਼ਾਮ 7:30 ਵਜੇ। ਐਡਰੈਸ ਹੈਗਾ ਸਾਡੇ ਆਫਿਸ ਦਾ 599 599 ਨਿਊ ਨਾਰਥ ਰੋਡ, ਮਾਰਨਿੰਗ ਸਾਈਡ, ਆਕਲੈਂਡ। ਸੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਹਮਾ ਕੇ ਪਹੁੰਚੋਗੇ। ਅਸੀਂ ਤਾਂ ਤੁਹਾਡੀ ਗੱਲ ਹਮੇਸ਼ਾ ਕਰਦੇ ਹੀ ਰਹਿਣਾ, ਰੱਖਦੇ ਹੀ ਰਹਿਣਾ, ਪਰ ਤੁਹਾਨੂੰ ਵੀ ਖੁਦ ਆ ਕੇ ਜਿਹੜੇ ਇੱਥੇ ਮੌਜੂਦ ਨੇ, ਅਸੀਂ ਸਮਝਦੇ ਹਾਂ ਕਿ ਆਫਸ਼ੋਰ ਵਾਲੇ ਨਹੀਂ ਆ ਸਕਦੇ, ਪਰ ਆਫਸ਼ੋਰ ਵਾਲਿਆਂ ਦੇ ਔਨਸ਼ੋਰ ਕੋਈ ਨਾ ਕੋਈ ਦੋਸਤ ਮਿੱਤਰ ਪਰਿਵਾਰ ਜ਼ਰੂਰ ਇੱਥੇ ਹੋਣਗੇ। ਤਾਂ ਤੁਸੀਂ ਭੇਜੋ ਸਾਰਿਆਂ ਨੂੰ ਤਾਂ ਕਿ ਤੁਹਾਡੀ ਜਿਹੜੀ ਗੱਲ ਹੈ ਉਹ ਤੁਹਾਡੇ ਮੂੰਹੋਂ ਅੱਗੇ ਜਾ ਸਕੇ। ਤਾਂ ਅਗਲੇ ਸੋਮਵਾਰ ਦੁਬਾਰਾ ਮਿਲਾਂਗੇ। ਉਸ ਤੋਂ ਪਹਿਲਾਂ ਆਸ ਕਰਦੇ ਹਾਂ ਕਿ ਵੀਰਵਾਰ ਨੂੰ ਅਸੀਂ ਤੁਹਾਨੂੰ ਜ਼ਰੂਰ ਮਿਲਾਂਗੇ। ਤਾਂ ਹੁਣ ਲਈਏ ਇਜਾਜ਼ਤ ਜੀ, ਅਲਵਿਦਾ। ਸਲਾਮ ਆਖਦਾ ਜੀ।